यूके यूरोप ਅਤੇ ਹੋਰ ਸਾਰੇ ਹੀ ਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਆਪ ਸਕਾਈ ਚੈਨਲ 772 ਜੋ ਕਿ ਕਾਂਚੀ ਟੀਵੀ ਦੇ ਜ਼ਰੀਏ ਲੋਟਸ ਟੀਵੀ ਵੇਖ ਰਹੇ ਹੋ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦਾ ਮੀਡੀਆ ਵਿੰਗ ਹੈ ਜੋ ਕਿ ਆਪ ਦਾ ਨਿੱਘਾ ਸਵਾਗਤ ਕਰਦਾ ਹੈ। ਕੋਟੀ-ਕੋਟੀ ਪ੍ਰਣਾਮ ਤਥਾਗਤ ਬੁੱਧ ਤੇ ਉਹਨਾਂ ਦੇ ਧੰਮ ਨੂੰ, ਕੋਟੀ-ਕੋਟੀ ਪ੍ਰਣਾਮ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ। ਉਹਨਾਂ ਨੂੰ ਨਮਨ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਨਾਲ ਬੜੀ ਹੀ ਦੁਖੀ ਹਿਰਦੇ ਦੇ ਨਾਲ ਆਪ ਨਾਲ ਸੂਚਨਾ ਸਾਂਝੀ ਕਰ ਰਹੇ ਹਾਂ। ਸਾਡੇ ਬਹੁਤ ਹੀ ਆਦਰਣੀय ਬਹੁਤ ਹੀ ਧੰਮਾ ਸਿਸਟਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਸੁਚੱਜੇ ਮੈਂਬਰ ਤੇ ਬਹੁਤ ਹੀ ਇੱਕ ਉਹਨਾਂ ਦੇ ਲਈ ਅਸੀਂ ਸ਼ਬਦਾਂ ਦੀ ਵਰਤੋਂ ਮੈਂ ਕਰ ਨਹੀਂ ਸਕਦੀ ਕਿ ਕਿੰਨੇ ਨਿੱਘਰ ਸੁਭਾਅ ਦੇ ਸਾਡੇ ਧੰਮਾ ਸਿਸਟਰ। ਗੱਲ ਕਰ ਰਹੀ ਹਾਂ ਸਾਡੇ ਭੈਣ ਜੀ ਸਤਿਆ ਝੱਲੀ ਜੀ ਜੋ ਕਿ ਸਾਡੇ ਬਹੁਤ ਹੀ ਆਦਰਣੀय ਸਾਥੀ ਸੁਰਿੰਦਰ ਝੱਲੀ ਜੀ ਦਾ ਹਾਫ ਸਨ। ਅੱਜ ਸਾਨੂੰ ਇਸ ਦੁਨੀਆ ਤੋਂ ਆਪਣੀ ਜੀਵਨ ਯਾਤਰਾ ਪੂਰੀ ਕਰਨ ਉਪਰੰਤ ਅਲਵਿਦਾ ਕਹਿ ਗਏ ਹਨ, ਸਾਡਾ ਸਾਥ ਛੱਡ ਗਏ ਹਨ। ਬੜੇ ਦੁਖੀ ਹਿਰਦੇ ਨਾਲ ਆਪ ਸਭ ਨੂੰ ਸੂਚਿਤ ਕਰ ਰਹੇ ਹਾਂ ਤੇ ਇਸ ਦੇ ਨਾਲ ਨਾਲ ਬੁੱਧ ਧੰਮ ਸੰਘ ਦੀ ਅਨੁਕੰਪਾ ਨਾਲ ਕਾਮਨਾ ਕਰਦੇ ਹਾਂ ਕਿ ਉਹ ਆਪਣੀ ਜੋ ਜੀਵਨ ਯਾਤਰਾ ਪੂਰੀ ਕਰਕੇ ਅੱਜ ਸਾਡੇ ਤੋਂ ਵਿਛੋੜਾ ਦੇ ਕੇ ਸਾਡੇ ਤੋਂ ਚਲੇ ਗਏ ਹਨ, ਉਹ ਉਹਨਾਂ ਨੂੰ ਜੋ ਤਥਾਗਤ ਬੁੱਧ ਦੇ ਧੰਮ ਦੀ ਅਨੁਕੰਪਾ ਨਾਲ ਨਿਰਵਾਣ ਦੀ ਉਹਨਾਂ ਨੂੰ ਪ੍ਰਾਪਤੀ ਹੋਵੇ। ਤੇ ਇਹ ਬਹੁਤ ਹੀ ਦੁੱਖ ਦੀ ਘਟਨਾ ਹੈ। ਅਸੀਂ ਆਪਣੇ ਵੱਲੋਂ, ਮੈਂ ਆਪਣੇ ਵੱਲੋਂ, ਪਰਿਵਾਰ ਵੱਲੋਂ ਤੇ ਲੋਟਸ ਟੀਮ ਦੀ ਪੂਰੀ ਹੀ ਟੀਮ ਵੱਲੋਂ ਝੱਲੀ ਪਰਿਵਾਰ ਦੇ ਨਾਲ, ਆਪਣੇ ਸੁਰਿੰਦਰ ਝੱਲੀ ਜੀ ਨਾਲ, ਉਹਨਾਂ ਦੇ ਬੇਟੇ ਬੇਟੀਆਂ, ਸਾਰੇ ਹੀ ਰਿਸ਼ਤੇਦਾਰਾਂ ਦੇ ਨਾਲ ਬੜੇ ਹੀ ਦੁੱਖ ਦੇ ਨਾਲ ਇਸ ਦੁਖੀ ਟਾਈਮ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਖੜੇ ਹਾਂ। ਤੇ ਇਸ ਦੁੱਖ ਦੀ ਘੜੀ ਵਿੱਚ ਤਥਾਗਤ ਬੁੱਧ ਦੇ ਧੰਮ ਦੀ ਅਨੁਕੰਪਾ ਨਾਲ ਉਹਨਾਂ ਨੂੰ ਇਸ ਭਾਣੇ ਨੂੰ ਮੰਨਣਾ ਪਵੇਗਾ ਤੇ ਅਸੀਂ ਸਾਰਿਆਂ ਨੇ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹੋਏ ਜਿਸ ਤਰ੍ਹਾਂ ਉਹਨਾਂ ਨੂੰ ਜ਼ਰੂਰ ਇਸ ਦੇ ਵਿੱਚ ਜੋ ਵੀ ਆਪਣਾ ਦੁੱਖ ਦੀਆਂ ਸਾਂਝਾਂ ਪਾਉਣੀਆਂ ਹਨ। ਉਸ ਦੇ ਨਾਲ ਨਾਲ ਇਹ ਵੀ ਆਪ ਸਭ ਨੂੰ ਸੂਚਿਤ ਕਰਦੇ ਹਾਂ ਕਿ ਜਿਸ ਤਰ੍ਹਾਂ ਪੈਂਡੈਮਿਕ ਹੈ ਔਰ ਜੋ ਹਾਲਾਤ ਹਨ ਤੇ ਮਿਸਟਰ ਸੁਰਿੰਦਰ ਝੱਲੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਹੀ ਬੇਨਤੀ ਕੀਤੀ ਗਈ ਹੈ ਕਿ ਕੁਝ ਦਿਨ ਉਹਨਾਂ ਨੂੰ, ਪਰਿਵਾਰ ਨੂੰ ਆਪ ਕੋਈ ਵੀ ਜੋ ਰਾਬਤਾ ਕੰਮ ਕਰਨਾ ਚਾਹੁੰਦੇ ਹੋ ਫੋਨ ਦੇ ਜ਼ਰੀਏ ਕਰ ਸਕਦੇ ਹੋ। ਅਜੇ ਪਲੀਜ਼ ਕੋਈ ਵੀ ਜੋ ਆਪ ਦੁੱਖ ਜ਼ਰੂਰ ਹੈ ਆਪ ਨੂੰ ਤੇ ਪਰ ਪਰਿਵਾਰ ਨੂੰ ਥੋੜ੍ਹਾ ਜਿਹਾ ਸਮਾਂ ਜੋ ਹਾਲਾਤਾਂ ਦੇ ਮੁਤਾਬਕ ਉਹਨਾਂ ਨੂੰ ਆਪ ਜ਼ਰੂਰ ਉਸ ਤੋਂ ਬਾਅਦ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਮਿਲ ਸਕਦੇ ਹੋ, ਪਰ ਕੁਝ ਦਿਨਾਂ ਲਈ ਉਹਨਾਂ ਨੇ ਕਿਸੇ ਨੂੰ ਵੀ ਘਰ ਆਉਣ 'ਤੇ ਮਨ੍ਹਾ ਕੀਤਾ ਹੈ। ਇਹ ਆਪ ਸਭ ਦੇ ਅੱਗੇ ਬੇਨਤੀ ਕੀਤੀ ਹੈ ਤੇ ਉਹ ਇਸ ਦੇ ਨਾਲ ਨਾਲ ਆਪ ਨਾਲ ਇਹ ਦੁੱਖ ਸਾਂਝਾ ਕੀਤਾ ਹੈ। ਤੇ ਪ੍ਰੋਗਰਾਮ ਜਿਸ ਤਰ੍ਹਾਂ ਹਮੇਸ਼ਾ ਹੀ ਲੋਟਸ ਟੀਵੀ ਆਪ ਨਾਲ ਵਾਅਦਾ ਕਰਦਾ ਹੈ, ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦੇ ਹਾਂ ਔਰ ਤਥਾਗਤ ਬੁੱਧ ਦੁੱਖ ਤੇ ਸੁੱਖ ਤੇ ਜ਼ਿੰਦਗੀ ਦਾ ਸਾਨੂੰ ਬਹੁਤ ਹੀ ਅਧਿਐਨ ਸਾਨੂੰ ਦਿੱਤਾ ਹੈ ਜਦੋਂ ਤੁਸੀਂ ਤਥਾਗਤ ਬੁੱਧ ਨੂੰ ਜਾਣਦੇ ਹਾਂ। ਤੇ ਇਸੇ ਤਰ੍ਹਾਂ ਦੁੱਖ ਸੁੱਖ ਜੋ ਜ਼ਿੰਦਗੀ ਦੇ ਵਿੱਚ ਚੱਲਦੇ ਹਨ ਪਰ ਜ਼ਿੰਦਗੀ ਦਾ ਕਾਰਵਾ ਜੋ ਹੈ ਉਸ ਨੂੰ ਅੱਗੇ ਲੈ ਕੇ ਚੱਲਦੇ ਹਾਂ। ਹਰ ਦਿਨ ਦਾ ਇੱਕ ਦਿਨ ਜਦੋਂ ਸ਼ੁਰੂ ਹੋ ਜਾਂਦਾ ਹੈ ਉਸ ਦੇ ਵਿੱਚ ਜੋ ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੇ ਸਾਡੇ ਨਾਲ ਜੋ ਵਾਸਤੇ ਬਹੁਤ ਸਾਰੀਆਂ ਸਾਡੇ ਨਾਲ ਇਸ ਤਰ੍ਹਾਂ ਦੀਆਂ ਸਾਂਝਾਂ ਪਾਈਆਂ ਜਾਂਦੀਆਂ ਹਨ। ਤੇ ਇਸ ਤਰ੍ਹਾਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅੱਜ ਲੋਟਸ ਟੀਵੀ ਦੇ ਸਟੂਡੀਓ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਹੀ ਆਦਰਣੀय ਸਾਥੀ ਦੇਵ ਸੁਮਨ ਜੀ ਮੇਰੇ ਨਾਲ ਸਾਥ ਦੇਣ ਸਟੂਡੀਓ ਵਿੱਚ ਹਨ। ਦੇਵ ਸੁਮਨ ਜੀ, ਸਭ ਤੋਂ ਪਹਿਲਾਂ ਅੱਜ ਲੋਟਸ ਟੀਵੀ ਤੇ ਸਟੂਡੀਓ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਥੈਂਕ ਯੂ ਰੇਖਾ ਜੀ। ਨਮੋ ਬੁੱਧਾ, ਜੈ ਭੀਮ। ਮਹਾਕਾਰਨਿਕ ਤਥਾਗਤ ਭਗਵਾਨ ਬੁੱਧ ਨੂੰ ਕੋਟੀ ਕੋਟੀ ਵੰਦਨਾ ਕਰਦਾ ਹੋਇਆ ਵਿਸ਼ਵ ਰਤਨ ਬਾਬਾ ਸਾਹਿਬ ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਨਮਨ ਕਰਦਾ ਹੋਇਆ ਯੂਕੇ, ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਬਹੁਤ ਹੀ ਸਤਿਕਾਰ ਅਤੇ ਪਿਆਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਤੇ ਰੇਖਾ ਜੀ, ਅੱਜ ਬਹੁਤ ਹੀ with a very heavy heart, very sad heart, we are sharing this sad news with you ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤੰਮਾ ਸਿਸਟਰ ਜੋ ਸਾਡੇ ਤੰਮਾ ਬ੍ਰਦਰ ਸੁਰਿੰਦਰ ਝੱਲੀ ਜੀ ਦੀ ਸੰਗਣੀ ਸਤਿਆ ਝੱਲੀ ਜੀ ਕਮੇਟੀ ਦੇ ਬਹੁਤ ਹੀ ਡੈਡੀਕੇਟਡ ਮੈਂਬਰ ਤੇ ਇੱਕ ਬਹੁਤ ਹੀ ਸਤਿਕਾਰਯੋਗ ਸਾਡੇ ਕਮੇਟੀ ਦੇ ਜੋ ਬੁੱਧਿਸਟ ਲੇਡੀਜ਼ ਗਰੁੱਪ
ਉਹਨਾਂ ਦੇ ਨਾਲ ਮੈਂਬਰ, ਉਹਨਾਂ ਦੇ ਸਹਿਯੋਗੀ, ਉਹ ਜੋ ਅੱਜ ਤੁਸੀਂ ਰੇਖਾ ਨੇ ਦੱਸਿਆ ਕਿ ਅੱਜ ਸਾਡੇ ਤੋਂ ਸਦਾ ਲਈ ਵਿਛੋੜਾ ਦੇ ਗਏ ਹਨ। ਤੇ ਬੜਾ ਅਫਸੋਸ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ, ਮੈਂ ਆਪਣੇ ਪਰਿਵਾਰ ਵੱਲੋਂ, ਸੁਮਨ ਪਰਿਵਾਰ ਵੱਲੋਂ ਬਹੁਤ ਬਹੁਤ ਸਾਰੇ ਚੱਲੀ ਪਰਿਵਾਰ ਤੇ ਮਹਿਮੀ ਪਰਿਵਾਰ, ਉਹਨਾਂ ਦੇ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰਾਂ ਦੇ ਨਾਲ ਉਹਨਾਂ ਦੀ ਇਸ ਦੁੱਖ ਭਰੀ ਘੜੀ ਦੇ ਵਿੱਚ ਸਾਂਝ ਪਾਉਂਦਾ ਹੋਇਆ ਬਹੁਤ ਬਹੁਤ ਅਫਸੋਸ ਜ਼ਾਹਰ ਕਰਦਾ ਹਾਂ ਤੇ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਕਾਮਨਾ ਕਰਦਾ ਹਾਂ ਕਿ with the blessing of Lord Buddha Dhamma Sangha, may you all find a strength to come with the terms in this very difficult and sad time. ਅੱਜ ਸਾਡੇ ਸਿੰਦਰ ਚੱਲੀ ਜੀ ਤੇ ਸੱਤਿਆ ਚੱਲੀ ਦੇ ਬੇਟੇ ਨਰੇਸ਼ ਕੁਮਾਰ ਚੱਲੀ, ਉਹਨਾਂ ਦੀ ਬਹੂ ਰਾਣੀ ਪ੍ਰਵੀਨ ਚੱਲੀ ਤੇ ਪੋਤੀ ਸਾਹਿਬਾਂ ਏਸ਼ੀਆ ਨਿਰਵਾਣਾ ਚੱਲੀ ਤੇ ਉਹਨਾਂ ਦੀਆਂ ਬੇਟੀਆਂ ਅਨੀਤਾ ਚੌਹਾਨ ਤੇ ਉਹਨਾਂ ਦੇ ਦਮਾਦ ਪ੍ਰਮੋਦ ਚੌਹਾਨ ਤੇ ਨੀਲਮ ਜੀ ਤੇ ਜਸਵੰਤ, ਸਾਰੇ ਉਹਨਾਂ ਨੂੰ ਅੱਜ ਮਿਸ ਕਰ ਰਹੇ ਹਨ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਅੱਜ ਅਸੀਂ ਵੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਵੱਲੋਂ, ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ with the blessing of Lord Buddha Dhamma Sangha, may she lead on to the path to the Nirvana by the power of her ਕੁਸ਼ਲ ਕੰਮਾਂ, ਜੋ ਉਹਨਾਂ ਨੇ ਕੁਸ਼ਲ ਕੰਮ ਕੀਤੇ, ਉਹਨਾਂ ਦੀ ਪਾਵਰ ਦੇ ਨਾਲ ਉਹ ਨਿਰਵਾਣ ਦੇ ਪੰਧ ਬਣ ਤੇ ਪਿੱਛੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਇੱਕ ਤਾਕਤ ਮਿਲੇ ਕਿ ਉਹ ਇਸ ਦੁੱਖ ਭਰੀ ਘੜੀ ਦੇ ਵਿੱਚੋਂ ਗੁਜ਼ਰਨ ਦੀ। ਤਾਂ ਇੱਕ ਵਾਰੀ ਫਿਰ ਅਸੀਂ ਸੱਤਿਆ ਚੱਲੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਡੈਡੀਕੇਟਡ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਮੈਂਬਰ ਜੋ ਸਾਡੇ ਤੋਂ ਵਿਛੜ ਗਏ ਹਨ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। On the behalf of Dr. Ambedkar Memorial Committee in Great Britain, we express very heartfelt condolences and deepest sympathy to the family and the relative and all the friends of the Challi family, Memmi family, and also we wish may you all find a strength and courage to come with the terms in this very difficult time, and I wish she may rest in peace and may she lead on to the path to Nirvana with the power of her kushal kamma. ਬਹੁਤ ਬਹੁਤ ਅਫਸੋਸ, ਬਹੁਤ ਮਿਸ ਕਰਦੇ ਹਾਂ ਤੇ ਉਹ ਦਿਲ ਦੇ ਵਿੱਚੋਂ ਕਹਿ ਨਹੀਂ ਸਕਦੇ ਕਿ ਕਿੰਨਾ ਦੁੱਖ ਮਹਿਸੂਸ ਹੋ ਰਿਹਾ। ਲੇਕਿਨ ਤਥਾਗਤ ਬੁੱਧ ਸਾਨੂੰ ਦੱਸਦੇ ਆ ਕਿ ਇਹ ਇੱਕ ਜੀਵਨ ਦਾ ਹਿੱਸਾ ਹੈ ਕਿ ਮੱਗ ਬੱਗ ਦੇ ਵਿੱਚ ਸਾਨੂੰ ਦੱਸਦੇ ਆ ਕਿ ਸਭੇ ਸੰਖਾਰਾ ਨਿਚਾਤੀ ਜਦ ਪੰਨਿਆ ਪਸਤੀ ਅਥ ਨਵਿੰਦਤੀ ਦੁੱਖੇ ਐਸਾ ਮੱਗੋ ਵਿਸੁੱਧਿਆ, ਕਿ ਇਹ ਸਾਰੀਆਂ ਚੀਜ਼ਾਂ ਜੋ ਐਵਰੀ ਕੰਪੋਨੈਂਟ ਥਿੰਗਸ, everything is impermanent. When we know with our wisdom everything is impermanent, then we become dispassionate towards the painful and suffering. This is the path of purity of Lord Buddha. ਤੇ ਸਾਡੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਰਿਵਾਰ ਦੇ ਨਾਲ ਇਸ ਦੁੱਖ ਭਰੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਅਫਸੋਸ ਜ਼ਾਹਰ ਕਰਦੇ ਹੋਏ ਤੇ ਉਹਨਾਂ ਨੂੰ ਨਮਨ ਕਰਦੇ ਹਾਂ ਸੱਤਿਆ ਚੱਲੀ ਜੀ ਦੇ ਜੋ ਉਹਨਾਂ ਨੇ ਕੀਤੇ ਹੋਏ ਕੰਮਾਂ ਨੂੰ, ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸੁਮਨ ਸਾਹਿਬ, ਆਪ ਜੀ ਨੇ ਬਹੁਤ ਜੋ ਭਾਰੇ ਦਿਲ ਨਾਲ ਜੋ ਅੱਜ ਬੜਾ ਹੀ ਸਾਡੇ ਲਈ ਔਖਾ ਸਮਾਂ ਹੈ ਸਾਡੇ ਸਾਹਮਣੇ, ਕਿਉਂਕਿ ਇਸ ਕਮੇਟੀ ਦੇ ਉਹ ਮੈਂਬਰ ਸਨ ਤੇ ਬਹੁਤ ਸਮਾਂ ਜੋ ਹਰ ਵਿਅਕਤੀ ਨੇ ਉਹਨਾਂ ਦੇ ਨਾਲ ਨਿਭਾਇਆ ਹੈ। ਤੇ ਜਦੋਂ ਇਸ ਤਰ੍ਹਾਂ ਦੀ ਖਬਰ ਸੁਣੀ ਜਾਵੇ ਤੇ ਸਾਰਿਆਂ ਦਾ ਮਨ ਜਿਹੜਾ ਬਹੁਤ ਭਾਰਨ ਹੋਇਆ ਕਿ ਬਹੁਤ ਔਖਾ ਸੀ ਇਹ ਖਬਰ। She was very kind hearted. ਬਿਲਕੁਲ। ਤੇ ਕਮੇਟੀ ਦਾ ਕੋਈ ਵੀ ਕੰਮ ਹੁੰਦਾ ਸੀ ਤਾਂ ਹਮੇਸ਼ਾ ਅੱਗੇ ਹੋ ਕੇ ਕਰਦੇ ਹੁੰਦੇ ਸੀ ਔਰ ਹੌਸਲਾ ਦਿੰਦੇ ਹੁੰਦੇ ਸੀ ਕਿ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ ਆ। ਵੀ ਆਰ ਪ੍ਰਾਊਡ ਆਫ ਦਿਸ ਲੇਡੀਜ਼ ਗਰੁੱਪ। ਜਿੰਨੀਆਂ ਸਾਡੀਆਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਜੋ ਲੇਡੀਜ਼ ਗਰੁੱਪ ਹੈ, ਇਹ ਸਾਰੀਆਂ ਭੈਣਾਂ ਦੇ ਕਰਕੇ ਅੱਜ ਕਮੇਟੀ ਇਸ ਮੁਕਾਮ ਤੇ ਪਹੁੰਚੀ ਹੈ ਤੇ ਸੱਤਿਆ ਉਹਨਾਂ ਦੇ ਵਿੱਚੋਂ ਇੱਕ ਲੀਡਿੰਗ ਪਰਸਨ ਸੀਗੇ ਤੇ ਅੱਜ ਉਹਨਾਂ ਨੂੰ ਸਾਰੇ ਮਿਸ ਕਰਦੇ ਆ।
ਤੇ ਉਹਨਾਂ ਨੂੰ ਬਹੁਤ ਬਹੁਤ ਸ਼ਰਧਾ ਦੇ ਫੁੱਲ ਪੇਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਭੈਣ ਜੀ ਸੱਤਿਆ ਚੱਲੀ ਜੀ, ਬਹੁਤ ਉਹਨਾਂ ਦੀ ਦੇਣ ਹੈ ਸਮਾਜ ਦੇ ਵਿੱਚ, ਬਹੁਤ ਸਾਡੇ ਵਿੱਚ ਜਿਸ ਤਰ੍ਹਾਂ ਇੱਕ ਇੱਕ ਧੰਮਾ ਸਿਸਟਰ ਕਹਿ ਲਓ ਕਿ ਉਹਨਾਂ ਨੂੰ ਧੰਮ ਦਾ ਇੰਨਾ ਗਿਆਨ ਸੀ ਕਿ ਹਮੇਸ਼ਾ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਰਹਿੰਦੀ ਸੀ, ਕਦੇ ਦੁੱਖ ਦੀ ਗੱਲ ਤਾਂ ਨਹੀਂ ਕਰਦੇ ਸਨ, ਹਮੇਸ਼ਾ ਜੇਕਰ ਦੁੱਖ ਦੀ ਗੱਲ ਕਦੇ ਕੋਈ ਕਰਦਾ ਵੀ ਸੀ ਤਾਂ ਹੌਸਲੇ ਬੜੇ ਬੁਲੰਦ ਸਨ ਉਹਨਾਂ ਦੇ, ਕਹਿੰਦੇ ਸਨ ਕਿ ਦੁੱਖ ਤਾਂ ਆਉਂਦੇ ਹਨ, ਇਹ ਚਲੇ ਜਾਣੇ ਹਨ, ਤੇ ਸੁੱਖਾਂ ਦੀ ਭਾਲ ਦੇ ਵਿੱਚ ਹਮੇਸ਼ਾ ਰਹਿੰਦੇ ਸਨ। ਤਾਂ ਅੱਜ ਅਸੀਂ ਉਹਨਾਂ ਨੇ ਧੰਮ ਨੂੰ ਜਾਣ ਲਿਆ ਸੀ। ਬਿਲਕੁਲ ਇੱਥੇ ਬੁੱਧ ਵਿਹਾਰ ਮਤਲਬ ਕਦੇ ਵੀ ਕੋਈ ਦਿਨ ਮਿਸ ਨਹੀਂ ਕਰਦੇ ਸੀ। ਤਾਂ ਇੱਥੇ ਆ ਕੇ ਇੱਥੇ ਬੁੱਧ ਵਿਹਾਰ, ਇਹ ਸਾਡੇ ਸਾਰੇ ਜਿੰਨੇ ਵੀ ਸਾਡੇ ਮੈਂਬਰ ਆ, ਪੁਰਾਣੇ ਮੈਂਬਰ ਆ, ਇਹ ਸਾਰੇ ਡੈਡੀਕੇਟਡ ਟੂਅਰਡ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਡੈਡੀਕੇਟਡ ਮੈਂਬਰ ਆ। ਇਹ ਕਮੇਟੀ ਦੀਆਂ ਰੌਣਕਾਂ ਸੀ। ਤਾਂ ਜਿੱਦਾਂ ਜਦੋਂ ਇਹ ਰੌਣਕਾਂ ਵਿਛੜਦੀਆਂ ਆ ਤੇ ਦੁੱਖ ਤਾਂ ਜ਼ਰੂਰ ਹੁੰਦਾ ਹੈ, ਪਰ ਲੇਕਿਨ ਤਥਾਗਤ ਬੁੱਧ ਸਾਨੂੰ ਸਮਝਾਉਂਦੇ ਆ ਕਿ ਦੁੱਖ ਸੁੱਖ ਜਿਹੜਾ ਆ ਇਹ ਸਾਡੇ ਇੱਕ ਜੀਵਨ ਦਾ ਹਿੱਸਾ ਆ। ਕਿ ਕੀ ਕਹਿੰਦੇ ਹੁੰਦੇ ਆ ਕਿ ਇੱਥੇ ਕਿਸੇ ਦਾ ਵੀ ਮੌਤ ਦੇ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ। ਆਪਣੀ ਇੱਕ ਸਲ ਸੁੱਤ ਦੇ ਵਿੱਚ ਗਾਥਾ ਦੇ ਵਿੱਚ ਤਥਾਗਤ ਬੁੱਧ ਸਾਨੂੰ ਕਹਿੰਦੇ ਆ, ਨਾ ਹੀ ਉਪਕਮੋ ਅਥੀ ਜੇਨ ਜਾਤਾ ਨਾ ਮੀਰੇ ਜਰਯੰਪੀ ਪਤਵਾ ਮਰਨੰ ਏਵੰ ਦਮੇ ਹੀ ਸਭੇ ਪਾਣੀ ਨੂੰ। ਇਹ ਮੌਤ ਜਿਹੜੀ ਆ ਇਹਦਾ ਕੋਈ ਵੀ ਉਪਕਰਮ ਨਹੀਂ, ਇਹਦਾ ਕੋਈ ਇਲਾਜ ਨਹੀਂ। ਦੇयर इज नो ਰੈਮੇਡੀ ਆਫ ਦਿਸ ਡੈਥ, ਕਿ ਵੀ ਦਿਸ ਇਜ਼ ਅ ਲਾਅ ਆਫ ਨੇਚਰ, ਕਿ ਜੇਨ ਜਨਮ ਲਿਆ ਆ ਇੱਕ ਦਿਨ ਮਰ ਜਾਣਾ ਹੈ, ਤੇ ਜਨਮ ਲੈਣਾ, ਬੁਢਾਪਾ ਆਉਣਾ, ਤੇ ਇੱਕ ਦਿਨ ਬਿਮਾਰੀ ਨੇ ਸਾਨੂੰ ਪਕੜਨਾ ਤੇ ਇਸ ਦੁਨੀਆ ਤੋਂ ਅਸੀਂ ਚਲੇ ਜਾਣਾ। that is happening to every living being in this world। ਤਥਾਗਤ ਬੁੱਧ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਆ, ਤੇ ਇਸ ਗੱਲ ਤਥਾਗਤ ਦੇ ਬੁੱਧ ਦੇ ਧੰਮ ਨੂੰ ਅਸੀਂ ਸਮਝਦੇ ਹੋਏ ਇਸ ਦੁੱਖ ਦੇ ਵਿੱਚੋਂ ਅਸੀਂ ਨਿਕਲਣਾ ਆ। ਬਿਲਕੁਲ, ਬਹੁਤ ਜਿਸ ਤਰ੍ਹਾਂ ਸੁਮਨ ਸਾਹਿਬ ਬਹੁਤ ਅੱਛੀ ਤਰ੍ਹਾਂ ਆਪਾਂ ਇਸ ਨੂੰ ਜਾਣਦੇ ਹਾਂ ਕਿ ਜਿਸ ਤਰ੍ਹਾਂ ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦੇ ਹਾਂ, ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦੇ ਹਾਂ, ਤੇ ਜਿਸ ਤਰ੍ਹਾਂ ਧੰਮ ਸ਼ਬਦ ਆਉਂਦਾ ਹੈ ਬਾਰ-ਬਾਰ ਸਾਡੀ ਜ਼ੁਬਾਨ ਤੇ, ਤਾਂ ਅੱਜ ਬਿਲਕੁਲ ਅਸੀਂ ਧੰਮ ਦੇ ਉੱਪਰ ਹੀ ਜੋ ਚਰਚਾ ਕਰਾਂਗੇ ਕਿ ਧੰਮ ਅਸਲ ਵਿੱਚ ਹੈ ਕੀ। ਧੰਮ ਦਾ ਜੋ ਅਸਲ ਅਸੀਂ ਹਮੇਸ਼ਾ ਹਰ ਵਿਅਕਤੀ ਦੇ ਮੂੰਹੋਂ ਸੁਣਿਆ ਕਿ ਧੰਮ ਧਰਮ ਬਹੁਤ ਸਾਰੇ ਲਫ਼ਜ਼, ਬਟ ਜਦੋਂ ਅਸੀਂ ਧੰਮ ਦੀ ਗੱਲ ਕਰਦੇ ਹਾਂ, ਧੰਮ ਸਾਡੇ ਮੂੰਹ ਤੇ ਜ਼ੁਬਾਨ ਤੇ ਹਰ ਵਕਤ ਰਹਿੰਦਾ ਹੈ ਕਿ ਧੰਮ ਦਾ ਹੋਣਾ। ਤੇ ਅੱਜ ਸਾਡੇ ਦਰਸ਼ਕਾਂ ਨਾਲ ਸਭ ਤੋਂ ਪਹਿਲੇ ਤੇ ਤੁਸੀਂ ਇਹ ਸਾਂਝ ਪਾਓ ਕਿ ਧੰਮ ਅਸਲ ਵਿੱਚ ਹੈ ਕੀ ਹੈ। ਬਹੁਤ ਵਧੀਆ ਤੁਸੀਂ ਟੌਪਿਕ ਲਿਆਂਦਾ ਰੱਖਾ ਜੀ, ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜਾ ਧੰਮ ਆ ਜਿਹੜਾ ਲਾਈਫ ਦਾ ਜਿਹੜਾ ਨੇਚਰ, ਲਾਅ ਆਫ ਨੇਚਰ ਜਿਹੜਾ ਆ, ਇਹੀ ਧੰਮ ਆ। ਬਿਲਕੁਲ, ਕਿ ਜਿੱਦਾਂ ਮਤਲਬ ਜਿਸ ਤਰ੍ਹਾਂ ਇਹ ਨੇਚਰ, ਜਿੱਦਾਂ ਕਹਿੰਦੇ ਜਥਾ ਭੂਤੰ, ਜਿੱਦਾਂ ਦੀਆਂ ਚੀਜ਼ਾਂ ਹੈਗੀਆਂ ਉਸੇ ਤਰ੍ਹਾਂ ਉਹਨੂੰ ਦੇਖਣਾ, ਉਹ ਨੇਚਰ ਨੂੰ ਸਮਝਣਾ, ਤੇ ਇਹ ਧੰਮ ਆ। ਜਿਸ ਤਰ੍ਹਾਂ ਕਿ ਤਥਾਗਤ ਬੁੱਧ ਦਾ ਜਿਹੜਾ ਸਾਰੀ ਧੰਮ ਜਿਹੜਾ ਆ ਉਹ 4 ਅਰੀਆ ਸੱਤ ਤੇ ਟਿਕਿਆ ਹੋਇਆ ਹੈ। ਬਿਲਕੁਲ, ਤੇ ਅਸ਼ਟੰਗਿਕ ਮਾਰਗ, ਉਹ ਡਿਫਰੈਂਟ ਐਂਗਲ ਤੋਂ ਤਥਾਗਤ ਹਮੇਸ਼ਾ ਸਾਨੂੰ ਸਮਝਾਉਂਦੇ ਆ ਕਿ ਇਹ ਮਨੁੱਖ, ਇਹ ਜੋ ਲਾਈਫ ਹੈ ਇਹ ਇੱਕ ਧੰਮ ਆ, ਇੱਕ ਕੋਜ਼ ਐਂਡ ਇਫੈਕਟ ਦੀ ਥਿਊਰੀ ਆ। ਬਿਲਕੁਲ, ਤੇ ਜੋ ਵੀ ਚੀਜ਼ਾਂ ਹੈਪਨ ਹੋ ਰਹੀਆਂ ਆ ਉਹਦਾ ਕਾਰਨ ਆ, ਉਹਦਾ ਕੋਜ਼ ਆ, ਕਾਰਨ ਆ, ਕਾਰਨ ਤੋਂ ਇਫੈਕਟ ਆ। ਤੇ ਇਸੇ ਤਰ੍ਹਾਂ ਇਹ ਜੋ ਜਿੱਦਾਂ ਅੱਜ ਇਹ ਜੇ ਸਾਡੇ ਸੱਤਿਆ ਚੱਲੀ ਜੀ ਸਾਡੇ ਤੋਂ ਵਿਛੜੇ ਆ, ਇਹ ਵੀ ਇੱਕ ਪਾਰਟ ਆਫ ਦਾ ਧੰਮਾ ਆ। ਬਿਲਕੁਲ, ਤੇ ਜਿੱਦਾਂ ਤਥਾਗਤ ਭਗਵਾਨ ਬੁੱਧ ਕਹਿੰਦੇ ਆ ਕਿ ਜਦੋਂ ਅਸੀਂ ਧੰਮ ਨੂੰ ਸਮਝ ਲੈਂਦੇ ਆ ਤੇ ਸਾਰੇ ਹੀ ਦੁੱਖ ਜਿਹੜੇ ਆ ਤੁਹਾਡੇ ਤੋਂ ਦੂਰ ਭੱਜ ਜਾਂਦੇ ਆ, ਤੁਸੀਂ ਸਟਰੋਂਗ ਬਣ ਜਾਂਦੇ ਆ। ਤੇ ਦੇਖਾ ਜੀ, ਇਹ ਧੰਮ ਬਾਰੇ ਜੋ ਚਰਚਾ ਕਰ ਰਹੇ ਆ, ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਕਿ ਧੰਮ ਦੀ ਜ਼ਰੂਰਤ ਕਿਉਂ। ਬਿਲਕੁਲ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇੱਕ ਕੋਟੇਸ਼ਨ ਦੇ ਵਿੱਚ ਕਹਿੰਦੇ ਆ ਕਿ ਗੁਲਾਮੀ ਦੀਆਂ ਜੜ੍ਹਾਂ ਰਾਜਨੀਤੀ ਵਿੱਚ ਆ, ਰਾਜਨੀਤੀ ਦੀਆਂ ਜੜ੍ਹਾਂ ਕਾਨੂੰਨ ਦੀ ਤਾਕਤ ਵਿੱਚ, ਤੇ ਕਾਨੂੰਨ ਨੇਤਾ ਲੋਕ ਬਣਾਉਂਦੇ ਆ। ਬਿਲਕੁਲ, ਤੇ ਨੇਤਾ ਲੋਕਾਂ ਨੂੰ ਇੱਕ ਸਮਾਜ ਸੰਗਠਨ ਪੈਦਾ ਕਰਦਾ ਹੈ, ਤੇ ਇੱਕ ਵਧੀਆ ਸਮਾਜ ਸੰਗਠਨ ਨੂੰ ਇੱਕ ਵਧੀਆ ਸਮਾਜ ਪੈਦਾ ਕਰਦਾ ਹੈ। ਲੇਕਿਨ ਇੱਕ ਵਧੀਆ ਸਮਾਜ ਨੂੰ ਇੱਕ ਧੰਮ ਤਿਆਰ ਕਰਦਾ ਹੈ। ਜਿੱਦਾਂ ਕਹਿੰਦੇ ਧੰਮਿਕ ਰਾਜਾ ਧੰਮਿਕ ਪੱਜਾ, ਤੇ ਜਿਹੜਾ ਇੱਕ ਸਮਾਜ ਆ ਉਹ 7 ਧੰਮ ਜਿਹੜਾ ਆ ਉਹ 7 ਧੰਮ ਵਧੀਆ ਸਮਾਜ ਨੂੰ ਬਣਾਉਂਦਾ ਹੈ। ਤੇ ਇੱਕ ਇਸ ਤਰ੍ਹਾਂ ਸਮਾਜ ਨੂੰ ਇੱਕ 7 ਧੰਮ ਦੀ ਜ਼ਰੂਰਤ ਹੈ। ਧੰਮ ਦਾ ਮਤਲਬ ਹੈ ਤਥਾਗਤ ਭਗਵਾਨ ਬੁੱਧ ਮੁਤਾਬਕ ਸਦਾਚਾਰ ਦਾ ਜੀਵਨ, ਜਿਸ ਦਾ ਮਤਲਬ ਹੈ ਕਿ ਜੀਵਨ ਦੇ ਸਭ ਖੇਤਰਾਂ ਵਿੱਚ ਇੱਕ ਆਦਮੀ ਦਾ ਦੂਸਰੇ ਆਦਮੀ ਵਾਸਤੇ ਚੰਗੀ ਤਰ੍ਹਾਂ ਵਰਤਾਓ ਕਰਨਾ।
ਇਹ ਧੰਮ ਆ। ਇਹ ਬਿਲਕੁਲ ਬੁੱਧਾ ਐਂਡ ਧੰਮਾ ਦੇ ਵਿੱਚ ਇੱਕ ਕੋਟੇਸ਼ਨ ਬੜੇ ਕਲੀਅਰ ਸ਼ਬਦਾਂ 'ਚ ਲਿਖੀ ਗਈ ਇਹ ਹੈ। ਧੰਮ ਆ। ਤਥਾਗਤ ਭਗਵਾਨ ਬੁੱਧ ਧੰਮ ਬਾਰੇ ਅੱਜ ਦੱਸ ਕਰਨਾ ਸਾਂਝੀ ਕਰਦੇ ਆ ਕਿ ਕੀ ਸਮਝਾਉਂਦੇ ਆ। ਤੇ ਉਹ ਆਮ ਕਰਕੇ ਲੋਕ ਤਥਾਗਤ ਭਗਵਾਨ ਬੁੱਧ ਦੇ ਧੰਮ ਬਾਰੇ ਜਾਣ ਹੀ ਨਹੀਂ ਸਕੇ। ਉਹਨਾਂ ਨੂੰ ਗਲਤ ਫਹਿਮੀ ਹੈ। ਕੁਝ ਲੋਕ ਸਮਾਧੀ ਨੂੰ ਧੰਮ ਸਮਝ ਬੈਠਦੇ ਆ, ਕੁਝ ਲੋਕ ਵਿਪੱਸਨਾ ਨੂੰ ਹੀ ਧੰਮ ਸਮਝ ਬੈਠਦੇ ਆ, ਕੁਝ ਲੋਕ ਪੂਜਾ ਪਾਠ ਪ੍ਰਾਰਥਨਾਵਾਂ ਨੂੰ ਹੀ ਧਰਮ ਸਮਝ ਬੈਠਦੇ ਆ, ਤੇ ਕੁਝ ਲੋਕ ਬੁੱਧ ਧੰਮ ਨੂੰ ਦੀਕਸ਼ਿਤ ਲੋਕਾਂ ਦਾ ਹੀ ਧੰਮ ਸਮਝਦੇ ਵੀ ਜਿਹੜੇ ਬੁੱਧ ਧੰਮ ਦੇ ਵਿੱਚ ਦੀਕਸ਼ਿਤ ਹੋ ਗਏ ਆ ਜਾਂ ਭਿਖੂ ਆ ਜਾਂ ਪਸ ਗਿਆ, ਇਹੀ ਧੰਮ ਆ ਉਹਨਾਂ ਵਾਸਤੇ ਆ। ਕੁਝ ਲੋਕ ਬੁੱਧ ਧੰਮ ਨੂੰ ਬੜਾ ਹੀ ਖੁਸ਼ਕ, ਕਿਉਂਕਿ ਉਹ ਦੁੱਖ ਦੀ ਗੱਲ ਕਰਦਾ ਹੈ, ਤੇ ਉਹ ਉਹਨੂੰ ਇੱਕ ਖੁਸ਼ਕ ਧੰਮ ਸਮਝ ਬੈਠਦੇ ਆ। ਤੇ ਇਸ ਕਰਕੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਆਪਣੇ ਬੁੱਧਾ ਐਂਡ ਧੰਮਾ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ, ਇੱਕ ਬਹੁਤ ਸੋਹਣਾ ਇਹ ਗ੍ਰੰਥ ਹੈ ਇੱਕ, ਉਹਦੇ ਵਿੱਚ ਉਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਤਾਂ ਇਹ ਧੰਮ ਗ੍ਰੰਥ ਸਾਡੇ ਲਈ ਤਿਆਰ ਕੀਤਾ। ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ। ਉਹਨਾਂ ਦੇ ਕਥਨ ਅਨੁਸਾਰ ਅਸਲ ਵਿੱਚ ਬੁੱਧ ਧੰਮ ਲੋਕ ਸਮਝ ਹੀ ਨਹੀਂ ਪਾ ਰਹੇ, ਪਰ ਤਥਾਗਤ ਭਗਵਾਨ ਬੁੱਧ ਆਪਣੇ ਧੰਮ ਵਿੱਚ ਇੱਕ ਸਮਾਜਿਕ ਸੁਨੇਹਾ ਦਿੰਦੇ ਆ ਕਿ ਇੱਕ ਸਮਾਜ ਨੂੰ ਕਿੱਦਾਂ ਇੱਕ ਵਧੀਆ ਸਮਾਜ ਬਣਾਇਆ ਜਾ ਸਕਦਾ ਹੈ। ਇੱਕ ਉਹਦੇ ਵਿੱਚ ਅਹਿੰਸਾ ਦਾ ਸੁਨੇਹਾ ਦਿੰਦੇ ਆ, ਸਿੱਖਿਆ ਦਿੰਦੇ ਆ, ਸਮਾਜ ਨੂੰ ਸ਼ਾਂਤੀ ਦਾ ਸੁਨੇਹਾ ਦਿੰਦੇ ਆ। ਇਸ ਦੇ ਨਾਲ ਨਾਲ ਇੱਕ ਵਧੀਆ ਸਮਾਜ ਬਣਾਉਣ ਵਾਸਤੇ ਮੈਤਰੀ, ਕਰੁਣਾ, ਸਮਾਨਤਾ, ਆਜ਼ਾਦੀ, ਨਿਆਂ ਅਤੇ ਭਾਈਚਾਰੇ ਦੀ ਵੀ ਸਿੱਖਿਆ ਦਿੰਦੇ ਆ। ਤੇ ਉਹਦੇ ਨਾਲ ਅਸਲ ਵਿੱਚ ਤਥਾਗਤ ਭਗਵਾਨ ਬੁੱਧ ਨੇ ਧੰਮ ਦੀ ਤਰਤੀਬਬੰਦੀ ਕੀਤੀ। ਉਹਨੂੰ ਮਤਲਬ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ। ਬਿਲਕੁਲ ਉਹ ਤਿੰਨ ਹਿੱਸੇ ਅੱਜ ਜਿਹੜੇ ਹਨ, ਜਿਸ ਤਰ੍ਹਾਂ ਤਥਾਗਤ ਬੁੱਧ ਬਹੁਤ ਹੀ ਉਹਨਾਂ ਨੇ ਇੱਕ ਦੇਖ ਲਓ ਕਿ ਅੱਜ ਤੋਂ ਕਿੰਨੇ ਹਜ਼ਾਰ ਸਾਲ ਪਹਿਲੇ ਤੁਸੀਂ ਗੱਲ ਕੀਤੀ ਕਿ ਤਥਾਗਤ ਬੁੱਧ ਦਾ ਧੰਮ, ਉਹਨਾਂ ਨੇ ਸਮਾਜ ਨੂੰ ਸਾਹਮਣੇ ਰੱਖ ਕੇ ਧੰਮ ਨੂੰ ਦੱਸਿਆ। ਕੋਈ ਇੱਕ ਜਿਸ ਤਰ੍ਹਾਂ ਅੱਜ ਕੱਲ੍ਹ ਹੈ ਪੂਰੇ ਸੰਸਾਰ ਦੇ ਵਿੱਚ ਧਰਮ ਕਿਹਾ ਜਾਂਦਾ ਕਿ ਰੀਤੀ ਰਿਵਾਜਾਂ ਨੂੰ ਪੂਰੇ। ਸੌਰੀ ਮੈਂ ਤੁਹਾਨੂੰ ਇੱਥੇ ਇੰਟਰਪਟ ਕਰਾਂਗਾ ਰੇਖਾ ਜੀ। ਤਥਾਗਤ ਬੁੱਧ ਦਾ ਧੰਮ ਜਿਹੜਾ ਆ ਉਹ ਮਨੁੱਖ ਦੇ ਉੱਪਰ ਕੇਂਦਰਿਤ ਆ। ਬਿਲਕੁਲ ਇੱਕ ਮਨੁੱਖ ਦਾ ਦੂਸਰੇ ਮਨੁੱਖ ਪ੍ਰਤੀ ਕਿਹੋ ਜਿਹਾ ਵਰਤਾਓ ਹੋਣਾ ਚਾਹੀਦਾ, ਇਹ ਧੰਮ ਆ। ਬਿਲਕੁਲ ਉਹਨਾਂ ਦਾ ਕੇਂਦਰ ਬਿੰਦੂ ਜਿਹੜਾ ਆ ਮਾਈਂਡ ਆ। ਬਿਲਕੁਲ ਤੇ ਨਾਲ ਹੀ ਨਾਲ ਤਥਾਗਤ ਬੁੱਧ ਕਹਿੰਦੇ ਆ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਇਨਸਾਨ ਦੂਸਰੇ ਇਨਸਾਨ ਦੇ ਪ੍ਰਤੀ ਇੱਕ ਚੰਗਾ ਵਤੀਰਾ ਕਰਦੇ ਕਰਦੇ ਉਹ ਕਿਸ ਤਰ੍ਹਾਂ ਇੱਕ ਵਧੀਆ ਸਮਾਜ ਨੂੰ ਬਣਾ ਸਕਦਾ ਹੈ, ਆਪ ਵੀ ਸੁਖੀ ਰਹਿ ਸਕਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਸੁਖੀ ਰੱਖ ਸਕਦਾ ਹੈ। ਤੇ ਇਹ ਆਪਾਂ ਤਰਤੀਬਬੰਦੀ ਦੀ ਹੁਣ ਗੱਲ ਕਰਦੇ ਆ। ਤਥਾਗਤ ਬੁੱਧ ਨੇ ਤਰਤੀਬਬੰਦੀ ਜਿਹੜੀ ਕੀਤੀ ਆ, ਇੱਕ ਧੰਮ ਤੇ ਦੂਸਰਾ ਅਧੰਮ ਤੇ ਸੱਤ ਧੰਮ, ਇਹ ਤਿੰਨ ਚੀਜ਼ਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਨਾਲ ਉਹਨਾਂ ਨੇ ਇਹਨੂੰ ਕੀਤਾ। ਤੇ ਤਥਾਗਤ ਭਗਵਾਨ ਬੁੱਧ ਅਨੁਸਾਰ ਜੀਵਨ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ, ਨੈਤਿਕਤਾ ਦਾ ਜੀਵਨ, ਮੋਰੈਲਿਟੀ ਜਿਉਣਾ ਹੀ ਧੰਮ ਹੈ। ਤੇ ਉੱਥੇ ਇੱਕ ਗਾਥਾ ਦੇ ਵਿੱਚ ਛੋਟ ਦੇ ਵਿੱਚ ਤਥਾਗਤ ਭਗਵਾਨ ਬੁੱਧ ਸਾਨੂੰ ਸਮਝਾਉਂਦੇ ਆ। ਤੇ ਉਹਦੇ ਵਿੱਚ ਉਹ ਜਿਹੜੇ ਬੁੱਧ ਵਗ ਦੇ ਵਿੱਚ ਧੰਮ ਪਦ ਦੇ ਵਿੱਚ ਇੱਕ ਗਾਥਾ ਆ, ਉਹ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਕਿ ਧੰਮ ਐਕਚੁਅਲੀ ਛੋਟ ਦੇ ਵਿੱਚ ਸਮਝਣਾ ਹੋਵੇ। ਸਭ ਪਾਪਸ ਅਕਾਰਣੰ ਕੁਸ਼ਲਸ ਉਪਸੰਪਦਾ ਚਿੱਤ ਪਰਿਜੋਦਪਨੰ ਏਤੰ ਬੁੱਧਾ ਅਨੁਸ਼ਾਸਨੰ, ਕਿ ਸਾਰੇ ਬੁਰੇ ਕੰਮਾਂ ਦਾ ਨਹੀਂ ਕਰਨਾ, ਸਾਰੇ ਪਾਪ ਕਰਮਾਂ ਦਾ ਨਹੀਂ ਕਰਨਾ ਤੇ ਪੁੰਨ ਕਰਮਾਂ ਦਾ ਕਰਨਾ, ਕੁਸ਼ਲ ਕੰਮਾਂ ਦੇ ਕਰਨ ਦੀ ਇੱਕ ਉਪਸੰਪਦਾ ਬਣਾਈ ਰੱਖਣਾ। ਤੇ ਇਹ ਕੁਸ਼ਲ ਕੰਮ ਕਰਦੇ ਕਰਦੇ, ਚੰਗੇ ਪੁੰਨ ਕਰਮ ਕਰਦੇ ਕਰਦੇ ਆਪਣੇ ਮਨ ਨੂੰ ਨਿਰਮਲ ਬਣਾਈ ਰੱਖਣਾ ਹੀ ਤਥਾਗਤ ਭਗਵਾਨ ਬੁੱਧ ਦੀ ਦੇਸ਼ਨਾ ਹੈ। ਇਹੀ ਧੰਮ ਹੈ। ਤੇ ਇਹ ਤਥਾਗਤ ਬੁੱਧ ਕਹਿੰਦੇ ਆ ਕਿ ਪਵਿੱਤਰਤਾ ਦਾ ਜੀਵਨ ਤੇ ਨੈਤਿਕਤਾ ਦਾ ਜੀਵਨ, ਇਹ ਜਿਉਣਾ ਜਿਹੜਾ ਆ ਇਹ ਧੰਮ ਹੈ। ਤੇ ਜਿਸ ਤਰ੍ਹਾਂ ਤੁਸੀਂ ਪਵਿੱਤਰਤਾ ਦੀ ਗੱਲ ਕੀਤੀ ਹੈ, ਪਵਿੱਤਰਤਾ ਦੀ ਉਹਨਾਂ ਨੇ ਪਵਿੱਤਰਤਾਵਾਂ ਨੂੰ ਵੀ, ਜਿਸ ਤਰ੍ਹਾਂ ਤੁਸੀਂ ਕਿਹਾ ਸਰੀਰਕ ਪਵਿੱਤਰਤਾ ਹੈ, ਬਾਣੀ ਦੀ ਪਵਿੱਤਰਤਾ ਹੈ, ਤੇ ਇਹ ਉਹਨਾਂ ਨੇ ਦੇਖੋ ਕਿੰਨਾ ਵਧੀਆ ਤਰੀਕਾ ਦੱਸ ਦਿੱਤਾ ਕਿ ਇੱਕ ਤਥਾਗਤ ਬੁੱਧ ਸਾਦੇ ਅੱਖਰਾਂ ਤੇ ਇਹ ਵੀ ਕਹਿੰਦੇ ਕਿ ਜੇਕਰ ਧੰਮ ਦੀ ਲੋੜ ਹੀ ਆਦਮੀ ਮਾਨਵ ਨੂੰ ਪਈ ਹੈ, ਮਾਨਵ ਜੇਕਰ ਇਕੱਲਾ ਹੁੰਦਾ ਤੇ ਸ਼ਾਇਦ ਧੰਮ ਦੀ ਲੋੜ ਹੀ ਨਹੀਂ। ਜਿੱਦਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਹਿੰਦੇ ਆ, ਸਾਨੂੰ ਧੰਮ ਚਾਹੀਦਾ। ਬਿਲਕੁਲ ਧੰਮ ਦੇ ਨਾਂ ਤੇ ਪਖੰਡ ਨਹੀਂ। ਬਿਲਕੁਲ ਧੰਮ ਜੋ ਹੈ
ਉਹ ਇਨਸਾਨ ਲਈ ਹੈ, ਨਾ ਕਿ ਇਨਸਾਨ ਧੰਮ ਵਾਸਤੇ ਹੈ। ਲੇਕਿਨ ਇਹ ਵਿਚਾਰਧਾਰਾ ਅੱਜ ਕੱਲ੍ਹ ਕੀ ਬਣੀ ਹੋਈ ਆ, ਇਨਸਾਨ ਧਰਮ ਵਾਸਤੇ ਹੈ ਬਣ ਗਿਆ। ਲੇਕਿਨ ਅਸਲੀ ਧਰਮ ਨੂੰ ਇਨਸਾਨ ਦੇ ਲਈ ਕੀ ਕਰਨਾ ਚਾਹੀਦਾ, ਇੱਥੇ ਤਥਾਗਤ ਬੁੱਧ ਤਾਂ ਉਹ ਕਹਿੰਦੇ ਉਹ ਧਰਮ ਹੀ ਕਾਹਦਾ ਹੋਇਆ ਕਿ ਜਿਹੜਾ ਇਨਸਾਨ ਨੂੰ ਇੱਕ ਮੋਰੈਲਿਟੀ 'ਤੇ ਲਿਆ ਕੇ ਸਦਾਚਾਰ ਦੇ ਜੀਵਨ 'ਤੇ ਨਾ ਲਿਆਵੇ, ਇਹ ਧਰਮ ਹੈ। ਹੁਣ ਤੁਸੀਂ ਪਵਿੱਤਰਤਾਵਾਂ ਬਾਰੇ ਗੱਲ ਕੀਤੀ ਹੈ, ਤੇ ਜੀਵਨ ਦੀਆਂ ਜਿਹੜੀਆਂ ਪਵਿੱਤਰਤਾਵਾਂ ਤਥਾਗਤ ਭਗਵਾਨ ਬੁੱਧ ਦੇ ਅਨੁਸਾਰ 3 ਤਰ੍ਹਾਂ ਦੀਆਂ ਪਵਿੱਤਰਤਾਵਾਂ। ਇੱਕ ਆਦਮੀ ਜਿਹੜਾ ਸਭ ਜੀਵਾਂ ਪ੍ਰਤੀ ਹਿੰਸਾ ਨਹੀਂ ਕਰਦਾ, ਸਭ ਜੀਵਾਂ ਪ੍ਰਤੀ ਮੈਤਰੀ ਕਰੁਣਾ ਰੱਖਦਾ ਹੈ, ਚੋਰੀ ਨਹੀਂ ਕਰਦਾ, ਸਗੋਂ ਸਭਨਾਂ ਦੇ ਭਲੇ ਵਾਸਤੇ ਦਾਨ ਕਰਦਾ ਹੈ, ਪਾਪ ਦੀ ਜ਼ਿੰਦਗੀ ਤੋਂ ਦੂਰ ਰਹਿੰਦਾ ਹੈ, ਵਿਵਚਾਰ ਨਹੀਂ ਕਰਦਾ, ਪਾਪਾਂ ਦੀ ਜ਼ਿੰਦਗੀ ਤੋਂ ਵੱਖ ਰਹਿੰਦਿਆਂ ਸਭ ਰਿਸ਼ਤਿਆਂ ਦਾ ਸਤਿਕਾਰ ਕਰਦਾ ਹੈ। ਇਸ ਨੂੰ ਸਰੀਰਕ ਪਵਿੱਤਰਤਾ ਕਹਿੰਦੇ ਆ। ਹੁਣ ਆਉਂਦੇ ਆਪਾਂ ਬਾਣੀ ਦੀ ਪਵਿੱਤਰਤਾ ਦੇ। ਇੱਕ ਆਦਮੀ ਝੂਠ ਨਹੀਂ ਬੋਲਦਾ, ਚੁਗਲੀ ਨਹੀਂ ਕਰਦਾ, ਆਵਾਗੌਣ ਬਿਨਾਂ ਮਤਲਬ ਗੱਲ ਨਹੀਂ ਕਰਦਾ, ਤੇ ਨਾਲ ਹੀ ਨਾਲ ਕੌੜਾ ਨਹੀਂ ਬੋਲਦਾ, ਸਦਾ ਸੱਚ ਦੇ ਰਾਹ 'ਤੇ ਚੱਲਦਾ ਹੈ ਔਰ ਮਿੱਠਾ ਬੋਲਦਾ ਹੈ, ਸੰਮਿਕ ਬਾਣੀ ਬੋਲਦਾ ਹੈ, ਜਿੱਦਾਂ ਅਸ਼ਟੰਗਿਕ ਮਾਰਗ ਦੇ ਵਿੱਚ ਸੰਮਿਕ ਬਾਣੀ ਆਉਂਦੀ ਹੈ, ਤੇ ਇਸ ਨੂੰ ਬਾਣੀ ਦੀ ਪਵਿੱਤਰਤਾ ਕਹਿੰਦੇ ਆ। ਤੇ ਹੁਣ ਤੀਸਰੀ ਜਿਹੜੀ ਮੇਨ, ਉਹ ਵੀ ਜਿੱਥੋਂ ਸਾਰਾ ਕੁਝ ਸ਼ੁਰੂ ਹੁੰਦਾ ਹੈ, ਮਨ ਦੀ ਪਵਿੱਤਰਤਾ। ਤਥਾਗਤ ਭਗਵਾਨ ਬੁੱਧ ਅਨੁਸਾਰ ਇੱਕ ਆਦਮੀ ਈਰਖਾ ਨਹੀਂ ਕਰਦਾ, ਆਪਣੇ ਮਨ ਦੇ ਵਿੱਚ ਰਾਗ ਮੋਹ ਦਵੇਸ਼ ਨਹੀਂ ਪੈਦਾ ਹੋਣ ਦਿੰਦਾ, ਲਾਲਚ ਨਹੀਂ ਪੈਦਾ ਹੋਣ ਦਿੰਦਾ, ਸਭ ਨੂੰ ਮੈਤਰੀ ਅਤੇ ਕਰੁਣਾ ਭਰੇ ਮਨ ਨਾਲ ਦੇਖਦਾ ਹੈ। ਇਸ ਨੂੰ ਮਨ ਦੀ ਪਵਿੱਤਰਤਾ ਕਹਿੰਦੇ ਹਨ। ਤਾਂ ਅੱਗੇ ਜਾ ਕੇ ਕਹਿੰਦੇ ਹਨ, ਜ਼ਿੰਦਗੀ ਦੇ ਵਿੱਚ ਪੂਰਨਤਾ ਹਾਸਲ ਕਰਨਾ ਧੰਮ ਹੈ। ਤੇ ਇਹ ਹੁਣ ਅਸੀਂ ਪੂਰਨਤਾ 'ਤੇ ਆ ਗਏ। ਪਹਿਲਾਂ ਪਵਿੱਤਰਤਾ 'ਤੇ ਆਏ, ਹੁਣ ਪੂਰਨਤਾਵਾਂ 'ਤੇ ਆ ਗਏ ਕਿ ਪੂਰਨਤਾ ਪ੍ਰਾਪਤ ਕਰਨਾ ਧੰਮ ਹੈ। ਤਾਂ ਉਹਦੇ ਵਿੱਚ ਫਿਰ ਸਾਨੂੰ ਤਥਾਗਤ ਭਗਵਾਨ ਬੁੱਧ ਜਿਹੜੇ ਆ ਕਹਿੰਦੇ ਕਿ ਜੀਵਨ ਦੀਆਂ ਪੂਰਨਤਾਵਾਂ ਵੀ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਸਰੀਰ ਦੀ ਪੂਰਨਤਾ, ਬਾਣੀ ਦੀ ਪੂਰਨਤਾ, ਮਨ ਦੀ ਪੂਰਨਤਾ। ਮਨ ਨੂੰ ਬੁਰਾਈਆਂ ਤੋਂ ਦੂਰ ਰੱਖਣਾ ਮਨ ਦੀ ਪੂਰਨਤਾ ਹੈ। ਤਾਂ ਇਸੇ ਤਰ੍ਹਾਂ ਸਰੀਰ ਦੀ ਪੂਰਨਤਾ ਕਿ ਸਰੀਰ ਨੂੰ ਆਪਣੇ ਮੋਰਲ, ਜਿਸ ਤਰ੍ਹਾਂ ਕਿ ਅਸੀਂ ਪੰਜਸ਼ੀਲ ਲੈਂਦੇ ਹਾਂ, ਉਹ ਪੰਜਸ਼ੀਲਾਂ 'ਤੇ ਚੱਲ ਕੇ ਆਪਣੇ ਸਰੀਰ ਦੀ ਪੂਰਨਤਾ ਨੂੰ ਕਰਨਾ। ਬਾਣੀ ਦੀ ਅਤੇ ਬਾਣੀ ਦੀ ਪਵਿੱਤਰਤਾ ਜਿਹੜੀ ਪੂਰਨਤਾ ਹੈ, ਉਹ ਵੀ ਇਸ ਤਰ੍ਹਾਂ ਹੈ ਕਿ ਆਪਣੀ ਬਾਣੀ ਜਿਹੜੀ ਆ ਉਹਨੂੰ ਹਮੇਸ਼ਾ ਮਿੱਠੀ ਸੱਚੀ ਬਾਣੀ ਬੋਲਣਾ, ਇਹ ਬਾਣੀ ਦੀ ਪਵਿੱਤਰਤਾ ਹੈ। ਬਹੁਤ ਹੀ ਵਧੀਆ। ਜਿਸ ਤਰ੍ਹਾਂ ਤੁਸੀਂ ਪਵਿੱਤਰਤਾਵਾਂ ਔਰ ਪੂਰਨਤਾਵਾਂ, ਜਿਸ ਤਰ੍ਹਾਂ ਤਥਾਗਤ ਬੁੱਧ ਦੇ ਧੰਮ ਦੇ ਵਿੱਚ, ਤਥਾਗਤ ਬੁੱਧ ਦਾ ਧੰਮ, ਕਿਉਂਕਿ ਇਹੀ ਸਾਰੇ ਸੰਸਾਰ ਵਿੱਚ ਅਜੇ ਤੱਕ ਵੀ ਇਹ ਇੱਕ ਸਵਾਲ ਬਣਿਆ ਹੋਇਆ, ਜਿਸ ਤਰ੍ਹਾਂ ਧਰਮ ਤੇ ਧੰਮ। ਧਰਮ ਇੱਕ ਰਿਲੀਜਨ, ਧਰਮ ਦਾ ਮਤਲਬ ਹੁੰਦਾ ਹੈ ਰਿਲੀਜਨ, ਤੇ ਰਿਲੀਜਨ ਤੇ ਧੰਮ ਜਿਹੜੇ ਆ ਇੱਕ ਦੂਜੇ ਦੇ ਟੋਟਲੀ ਵੱਖਰਾ ਇਹਨਾਂ ਦਾ ਭਾਵ ਹੈ। ਤੇ ਅਸੀਂ ਜੋ ਧੰਮ ਹੈ ਉਸ ਦੀ ਚਰਚਾ ਕਰਦੇ ਹਾਂ। ਧਰਮ ਜੋ ਹੈ, ਧਰਮ ਜਿਹੜਾ ਹੈ ਉਹ ਸਾਨੂੰ ਭੁਲੇਖਿਆਂ ਦੇ ਵਿੱਚ ਰੱਖਦਾ, ਤੇ ਜਿਹੜਾ ਧੰਮ ਹੈ ਉਹ ਤੁਹਾਨੂੰ ਵਿਅਕਤੀ ਨੂੰ, ਜੋ ਤਥਾਗਤ ਬੁੱਧ ਕਹਿੰਦੇ ਹਨ ਕਿ ਵਿਅਕਤੀ ਜੋ ਹੈ ਧੰਮ ਤੇ ਚੱਲਦਾ ਹੋਇਆ ਆਪਣਾ ਜੀਵਨ, ਜੋ ਆਪਣਾ ਵੀ ਜੀਵਨ ਵਧੀਆ ਵਿਸਰ ਕਰ ਸਕਦਾ ਤੇ ਆਪਣੇ ਆਲੇ ਦੁਆਲੇ ਵਾਲਿਆਂ ਦਾ ਵੀ ਜੀਵਨ ਜੋ ਉਸ ਦੇ ਵਿੱਚ ਵੀ ਸੁਧਾਰ ਲਿਆ ਸਕਦਾ ਹੈ। ਤੇ ਇਸ ਤਰ੍ਹਾਂ ਸੁਮਨ ਸਾਹਿਬ, ਅਸੀਂ ਅੱਗੇ ਵੀ ਇਸੇ ਵੱਲ ਨੂੰ ਜ਼ਰੂਰ ਵਧਾਂਗੇ। ਸਾਡੇ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਜੁੜੇ ਹਨ ਤੇ ਉਹਨਾਂ ਨੂੰ ਜ਼ਰੂਰ ਆਪਾਂ ਨਾਲ ਅਸੀਂ ਸ਼ਾਮਲ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਸਾਡੇ ਵਿੱਚ ਜਿਸ ਤਰ੍ਹਾਂ ਅੱਜ ਭੈਣ ਜੀ ਸਤਿਆ ਝੱਲੀ ਜੀ ਸਾਡਾ ਸਾਥ ਛੱਡ ਗਏ ਹਨ, ਤੇ ਉਹਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਜੋ ਸਾਡੇ ਨਾਲ ਜੁੜੇ ਹਨ। ਮੋਹਨ ਲਾਲ ਚੌਂਕੜੀਆ ਜੀ, ਰਾਮ ਚੌਂਕੜੀਆ ਜੀ, ਜੋ ਅੱਜ ਬਹੁਤ ਬਹੁਤ ਅਫਸੋਸ ਜ਼ਾਹਰ ਕਰ ਰਹੇ ਹਨ ਝੱਲੀ ਪਰਿਵਾਰ ਦੇ ਨਾਲ। ਸਾਡੇ KL ਚਾਂਦ ਜੀ ਬੈਡਫੋਰਡ ਤੋਂ ਪ੍ਰੋਗਰਾਮ ਵੀ ਪਸੰਦ ਕਰ ਰਹੇ ਹਨ, ਪਰ ਸਾਡੇ ਭੈਣ ਜੀ ਸਤਿਆ ਝੱਲੀ ਜੀ ਦਾ ਪੂਰੇ ਪਰਿਵਾਰ ਦੇ ਨਾਲ ਅਫਸੋਸ ਜ਼ਾਹਰ ਕਰ ਰਹੇ ਹਨ। ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਪੂਰਾ ਪਰਿਵਾਰ ਅਫਸੋਸ ਜ਼ਾਹਰ ਕਰ ਰਿਹਾ ਹੈ। ਬਲਵਿੰਦਰ ਇਟਲੀ ਤੋਂ ਸਾਡੇ ਬਹੁਤ ਹੀ ਆਦਰਨੀय ਸਾਥੀ ਹਨ, ਤੇ ਉਹ ਵੀ ਅੱਜ ਝੱਲੀ ਸਾਹਿਬ ਨਾਲ ਜੋ ਅਫਸੋਸ ਜ਼ਾਹਰ ਕਰ ਰਹੇ ਹਨ। ਸਾਡੇ ਭੈਣ ਜੀ ਸ਼ਾਦੀ ਸਲਨ ਜੀ ਤੇ ਸਤਿਆ ਸਲਨ ਜੀ, ਜੋ ਸਾਡੇ ਨਾਲ, ਉਹ ਵੀ ਇਹਨਾਂ ਦੇ ਇਸ ਦੁੱਖ ਦੇ ਵਿੱਚ ਆਪਣਾ ਸ਼ਰੀਕ ਹੁੰਦੇ ਹਨ ਤੇ ਅਫਸੋਸ ਜ਼ਾਹਰ ਕਰ ਰਹੇ ਹਨ। ਰੰਜਨ ਕੌਰ ਰੱਤੂ ਜੀ ਵੱਲੋਂ ਵੀ
ਇਹਨਾਂ ਨੂੰ ਸ਼ਰਧਾ ਦੇ ਫੁੱਲ ਚੜਾਏ ਜਾਂਦੇ ਹਨ। ਮਦਨ ਚੌਹਾਨ ਜੀ ਸਾਡੇ ਕਮੇਟੀ ਦੇ ਪ੍ਰਧਾਨ ਆਦਰਨੀय ਸਾਥੀ ਮਦਨ ਚੌਹਾਨ ਜੀ ਤੇ ਉਹਨਾਂ ਦੇ ਪਤਨੀ ਨਿਰਮਲਾ ਚੌਹਾਨ ਜੀ ਵੀ ਅਫਸੋਸ ਜ਼ਾਹਰ ਕਰ ਰਹੇ ਹਨ ਪਰਿਵਾਰ ਦੇ ਨਾਲ। ਨਰੇਸ਼ ਬੰਗਾ ਜੀ ਵੱਲੋਂ ਬਹੁਤ ਬਹੁਤ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਾਡੇ ਬਹੁਤ ਹੀ ਆਦਰਨੀय ਸਾਥੀ ਪ੍ਰਕਾਸ਼ ਹੁਸ਼ਿਆਰਪੁਰੀ ਜੀ ਵੀ ਪੂਰਾ ਪਰਿਵਾਰ ਵੱਲੋਂ ਇਹਨਾਂ ਦੇ ਨਾਲ ਸ਼ਰਧਾ ਦੇ ਫੁੱਲ ਚੜਾਉਂਦੇ ਹਨ ਤੇ ਝੱਲੀ ਜੀ ਨਾਲ ਅਫਸੋਸ ਜ਼ਾਹਰ ਕਰਦੇ ਹਨ। ਦਰਸ਼ਨਾ ਕੌਲਧਰ ਜੀ ਤੇ ਪਰਿਵਾਰ ਵੱਲੋਂ ਅਫਸੋਸ ਕਰਦੇ ਹਨ। ਆਂਟੀ ਨੰਜੋਰਤੂ ਜੀ, ਅਸ਼ੋਕ ਜਸਵਿੰਦਰ ਜੀ ਜੋ ਹਨ ਉਹ ਇੱਕ ਸਾਡੇ ਇਹਨਾਂ ਦੇ ਨਾਲ ਬਹੁਤ ਬਹੁਤ ਜੋ ਅਫਸੋਸ ਜ਼ਾਹਰ ਕਰ ਰਹੇ ਹਨ। ਝੱਲੀ ਸਾਹਿਬ ਨਾਲ ਸੋਹਣ ਲਾਲ ਰੱਤੂ ਜੀ ਤੇ ਮਿੰਦੋ ਰੱਤੂ ਜੀ ਪੂਰਾ ਪਰਿਵਾਰ ਇਹਨਾਂ ਦੇ ਨਾਲ ਅਫਸੋਸ ਜ਼ਾਹਰ ਕਰ ਰਿਹਾ ਹੈ। ਹਰਮੇਸ਼ ਜੱਸਲ ਜੀ, ਸਤਿਆ ਜੱਸਲ ਜੀ ਪੂਰਾ ਪਰਿਵਾਰ ਜੋ ਹੈ ਇਹਨਾਂ ਦੇ ਨਾਲ ਜੋ ਸਾਂਝਾ ਪਾ ਰਹੇ ਹਨ ਝੱਲੀ ਪਰਿਵਾਰ ਦੇ ਨਾਲ ਤੇ ਉਹਨਾਂ ਨਾਲ ਅਫਸੋਸ ਦੀਆਂ ਜੋ ਸਾਂਝਾ ਪਾ ਰਹੇ ਹਨ ਤੇ ਅਸੀਂ ਉਹਨਾਂ ਨੂੰ ਵੀ ਬਹੁਤ ਸਾਰਿਆਂ ਨੂੰ ਹੀ ਇਹਨਾਂ ਦਾ ਸਾਥ ਜੋ ਦੇ ਰਹੇ ਹਨ। ਉਹਨਾਂ ਦੇ ਕਰਮ ਹਨ ਕਿ ਸਤਿਆ ਝੱਲੀ ਜੀ ਕਿਸ ਤਰ੍ਹਾਂ ਵਿਚਰਦੇ ਸਨ ਸਮਾਜ ਵਿੱਚ ਤੇ ਬਹੁਤ ਹੀ ਉਹਨਾਂ ਦਾ ਜੋ ਸੁਭਾਅ ਸੀ ਹਰ ਵਿਅਕਤੀ ਦੇ ਨਾਲ ਉਹਨਾਂ ਦਾ ਜੋ ਅਟੈਚਮੈਂਟ ਸੀ ਉਹਨਾਂ ਨੂੰ ਮਿਲਨਸਾਰ ਸੀ। ਉਹ ਇਹਨਾਂ ਦੀ ਸੰਗੀ ਸੀ। ਜਿੱਦਾਂ ਵਾਂਟੀ ਨੰਜੋਰਤੂ ਜੀ ਇਹ ਸਾਰੀਆਂ ਭੈਣਾਂ ਇੱਥੇ ਬੁੱਧ ਵਿਹਾਰ ਇਕੱਠੇ ਹੁੰਦੀਆਂ ਆਉਂਦੀਆਂ ਸਨ ਤਾਂ ਇੱਥੇ ਆ ਕੇ ਬੁੱਧ ਵਿਹਾਰ ਦੀ ਸਫਾਈ ਕਰਨੀ, ਸਫਾਈ ਦੇ ਨਾਲ ਨਾਲ ਭੋਜਨ ਤਿਆਰ ਕਰਕੇ ਪਹਿਲਾਂ ਭਾਂਤੇ ਜੀ ਉਹਨਾਂ ਨੂੰ ਆਫਰ ਕਰਨਾ, ਬਾਅਦ ਵਿੱਚ ਆਪਸ ਵਿੱਚ ਹੀ ਖਾਣਾ ਤੇ ਜਿਹੜਾ ਵੀ ਕੋਈ ਵੀ ਇੱਥੇ ਵਿਜ਼ਿਟਰ ਆਉਂਦੇ ਸੀਗੇ ਉਹਨਾਂ ਨੂੰ ਭੋਜਨ ਪ੍ਰੋਵਾਈਡ ਕਰਨਾ। ਇੱਦਾਂ ਬਹੁਤ ਸੇਵਾਵਾਂ। ਤੇ ਫਿਰ ਜਦੋਂ ਆਪਾਂ ਉੱਥੇ ਸਕੂਲ ਬਣਿਆ ਕਰਨਾਟਕਾ ਦੇ ਵਿੱਚ ਉਹਦੇ ਲਈ ਇਹਨਾਂ ਸਾਰੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਇੱਕ ਕਲੈਕਟ ਕਰਕੇ ਇੱਕ ਕਮਰਾ ਜਿਹੜਾ ਆ ਬੁੱਧਿਸਟ ਲੇਡੀਜ਼ ਗਰੁੱਪ ਵੱਲੋਂ ਮਤਲਬ ਉੱਥੇ ਬਣਾਇਆ ਗਿਆ। ਮਤਲਬ ਉਹਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਸੀ ਕਿਉਂਕਿ ਸਾਰਿਆਂ ਦਾ ਇੱਕ ਇੱਦਾਂ ਹੁੰਦਾ ਕਿ ਇੱਕ ਟੀਮ ਵਰਕ ਹੁੰਦਾ ਹੈ। ਟੀਮ ਨੂੰ ਵਿੱਚ ਕੁਝ ਇੱਕ ਟੀਮ ਦੇ ਇੱਕ ਸੁਚੱਜੇ ਮੈਂਬਰਸ ਹਨ, ਪਰਸਨੈਲਿਟੀਜ਼ ਹੁੰਦੀਆਂ ਹਨ ਜਿਹੜੀਆਂ ਕਿ ਉਹਨਾਂ ਨੂੰ ਲੀਡ ਕਰ ਜਾਂਦੀਆਂ ਤੇ ਉਹਨਾਂ ਦੇ ਜਿਹੜੇ ਮਤਲਬ ਲਫ਼ਜ਼ ਜਾਂ ਕਹੇ ਹੋਏ ਗੱਲ ਆ ਉਹ ਫਿਰ ਦੂਸਰੇ ਸਾਥੀ ਸਾਰੇ ਉਹਦੇ ਤੇ ਚੱਲ ਕੇ ਤਾਂ ਉਹ ਮਿਸ਼ਨ ਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਜਾਂਦੇ ਆ। ਇਸ ਕਰਕੇ ਇਹਨੂੰ ਟੀਮ ਵਰਕ ਕਹਿੰਦੇ ਆ। ਇਹ ਸਾਡੀਆਂ ਭੈਣਾਂ ਤੇ ਇੱਕ ਸੱਤਿਆ ਭੈਣ ਸਾਡੀ ਇਹਦੇ ਵਿੱਚੋਂ ਸੀ। ਮੇਰੇ ਲਈ ਤਾਂ ਬਹੁਤ ਕੁਝ ਸੀਗੇ ਕਿ ਮੈਂ ਜੋ ਕੁਝ ਵੀ ਹਾਂ ਕਿ ਉਹਨਾਂ ਦੇ ਕਰਕੇ ਆ ਅੱਜ। ਬਿਲਕੁਲ। ਤੇ ਸੁਮਨ ਸਾਹਿਬ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਦੁੱਖਾਂ ਤੇ ਸੁੱਖਾਂ ਦੀ ਗੱਲ ਕਰਦੇ ਹਾਂ ਤਥਾਗਤ ਬੁੱਧ ਵੀ ਕਹਿੰਦੇ ਵੀ ਤੁਹਾਨੂੰ ਜਦੋਂ ਤੁਹਾਡਾ ਜਿਹੜੇ ਜ਼ਿੰਦਗੀ ਸਟਾਰਟ ਹੋ ਜਾਂਦੀ ਉਹਦੇ ਵਿੱਚ ਦੁੱਖ ਵੀ ਹਨ ਤੇ ਸੁੱਖ ਵੀ ਹਨ। ਇਸੇ ਤਰ੍ਹਾਂ ਅੱਜ ਸਾਡੇ ਬਹੁਤ ਹੀ ਆਦਰਨੀय ਸਾਥੀ ਦੀਸ਼ ਦਾਦਰਾ ਜੀ ਸਾਡੇ ਨਾਲ ਇੱਕ ਖੁਸ਼ੀ ਵੀ ਸਾਂਝੀ ਕਰ ਰਹੇ ਹਨ। ਉਹਨਾਂ ਦੇ ਪੁੱਤਰ ਸ਼੍ਰੀ ਅਸ਼ੋਕ ਕੁਮਾਰ ਜੀ ਤੇ ਜਸਵਿੰਦਰ ਦਾਦਰਾ ਜੀ ਬਹੂ ਅੱਜ ਉਹਨਾਂ ਦੇ 20 ਸਾਲ ਵਿਆਹ ਨੂੰ ਹੋ ਗਏ ਹਨ ਤੇ 20ਵੀਂ ਐਨੀਵਰਸਰੀ ਮਨਾ ਰਹੇ ਹਨ ਤੇ ਉਹਨਾਂ ਨੂੰ ਪੂਰੇ ਪਰਿਵਾਰ ਵੱਲੋਂ ਤੇ ਸਾਡੇ ਵੱਲੋਂ ਤੇ ਲੋਟਸ ਟੀਮ ਦੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ, ਕੰਗ੍ਰੈਚੁਲੇਸ਼ਨ ਕਰਦੇ ਹਾਂ। ਇਹਦੇ ਵਿੱਚ ਮੈਂ ਵੀ ਇਹਨਾਂ ਨੂੰ ਆਪਣੇ ਸਾਡੇ ਬੇਟੇ ਅਸ਼ੋਕ ਦਾਦਰ ਤੇ ਜਸਵਿੰਦਰ ਜੱਸੀ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡੀਆਂ ਜੋੜੀਆਂ ਸਦਾ ਸਲਾਮਤ ਰਹਿਣ, ਇਸੇ ਤਰ੍ਹਾਂ ਖੁਸ਼ ਰਹੋ, ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਵੋ। ਧੰਮ ਦੇ ਰਸਤੇ ਤੇ ਚੱਲਦੇ ਚੱਲਦੇ ਇਸ ਜਿਹੜਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਜੋ ਕਾਰਵਾਂ ਆ, ਬਾਬਾ ਸਾਹਿਬ ਦਾ ਜੋ ਮਿਸ਼ਨ ਆ, ਇਹਨੂੰ ਆਪਾਂ ਅੱਗੇ ਤੋਂ ਅੱਗੇ ਲਿਜਾਈਏ। ਵਿਦ ਦੀ ਬਲੈਸਿੰਗ ਆਫ ਲੋਰਡ ਬੁੱਧ ਧੰਮ ਸੰਘਾ ਮੇ ਯੂ ਹੈਵ ਅ ਵੈਰੀ ਹੈਲਥੀ ਪੀਸਫੁਲ ਐਂਡ ਲੌਂਗ ਲਾਈਫ ਟੂਗੇਦਰ। ਬਿਲਕੁਲ। ਤੇ ਇਹ ਸਾਡੇ ਕੁਝ ਦਰਸ਼ਕ ਵੀ ਜੁੜੇ ਹਨ ਜੋ ਇਹਨਾਂ ਨੂੰ ਵਧਾਈਆਂ ਦੇ ਰਹੇ ਹਨ। ਸਾਡੇ ਹੰਸਰਾਜ ਮੈਮੀ ਜੀ ਤੇ ਪਾਲੋ ਮੈਮੀ ਜੀ ਇਹਨਾਂ ਨੂੰ ਪਰਿਵਾਰ ਨੂੰ ਦਾਦਰਾ ਪਰਿਵਾਰ ਨੂੰ ਇਹਨਾਂ ਦੇ ਵੈਡਿੰਗ ਐਨੀਵਰਸਰੀ ਦੇ ਬੱਚਿਆਂ ਦੇ ਵਧਾਈਆਂ ਦੇ ਰਹੇ ਹਨ। ਹਰਮੇਸ਼ ਜੱਸਲ ਜੀ ਵੀ ਇਹਨਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਨਾਲੇ ਸਾਰੇ ਹੀ ਇਹ ਸਾਥੀ ਜੋ ਹਨ ਤੇ ਸਾਡੇ ਸੁਰਿੰਦਰ ਝੱਲੀ ਜੀ ਉਹਨਾਂ ਦੇ ਪਰਿਵਾਰ ਨਾਲ ਆਪਣਾ ਜੋ ਦੁੱਖ ਜ਼ਾਹਰ ਕਰ ਰਹੇ ਹਨ, ਅਫਸੋਸ ਕਰ ਰਹੇ ਹਨ। ਤੇ ਸਾਡੇ ਜਿਸ ਤਰ੍ਹਾਂ ਭਾਜੀ ਸੋਹਣ ਲਾਲ ਰੱਤੂ ਜੀ ਤੇ ਮਿੰਦੋ ਰੱਤੂ ਜੀ ਝੱਲੀ ਸਾਹਿਬ ਨਾਲ ਆਪਣੇ ਦੁੱਖ ਦੀਆਂ ਸਾਂਝਾਂ ਪਾਉਂਦੇ ਹਨ ਤੇ ਦਾਦਰਾ ਪਰਿਵਾਰ ਨੂੰ ਵਧਾਈਆਂ ਦਿੰਦੇ ਹਨ। ਉਸ ਦੇ ਨਾਲ ਨਾਲ ਸਾਡੇ ਸ਼ਾਮ ਲਾਲ ਕੈਂਥ ਜੀ ਅਸ਼ੋਕ ਜਸਵਿੰਦਰ ਜੀ ਨੂੰ ਵਧਾਈਆਂ ਦਿੰਦੇ ਹਨ ਤੇ ਝੱਲੀ ਸਾਹਿਬ ਨਾਲ ਆਪਣਾ ਅਫਸੋਸ ਜ਼ਾਹਰ ਕਰਦੇ ਹਨ। ਬਲਦੇਵ ਬਿਰਦੀ ਜੀ, ਨੰਜੋ ਬਿਰਦੀ ਜੀ ਵੀ ਜੋ ਜਸਵਿੰਦਰ ਦਾਦਰਾ ਜੀ ਨੂੰ ਤੇ ਅਸ਼ੋਕ ਨੂੰ ਵਧਾਈਆਂ ਦਿੰਦੇ ਹਨ। ਤੇ ਉਸ ਦੇ ਨਾਲ ਨਾਲ ਸਾਡੇ ਬਹੁਤ ਹੀ ਆਦਰਨੀय ਸਾਥੀ ਰਾਮ ਪ੍ਰਕਾਸ਼ ਜੱਖੂ ਜੀ ਤੇ ਪੂਰਾ ਪਰਿਵਾਰ ਝੱਲੀ ਸਾਹਿਬ ਨਾਲ ਝੱਲੀ ਪਰਿਵਾਰ ਨਾਲ ਬਹੁਤ ਬਹੁਤ ਅਫਸੋਸ ਜ਼ਾਹਰ ਕਰਦਾ ਹੈ। ਉਹਨਾਂ ਦਾ ਵੀ ਔਰ ਦਾਦਰਾ ਪਰਿਵਾਰ ਨੂੰ ਵੀ ਵਧਾਈਆਂ ਦਿੰਦੇ ਹਨ। ਸ਼ਾਦੀ ਸਲਨ ਜੀ, ਸਤਿਆ ਸਲਨ ਜੀ, ਇਸ ਤਰ੍ਹਾਂ ਭੈਣ ਜੀ ਬਹੁਤ ਬਹੁਤ ਦਾਦਰਾ ਪਰਿਵਾਰ ਨੂੰ ਵਧਾਈਆਂ ਦਿੰਦੇ ਹੋਏ ਤੇ ਝੱਲੀ ਪਰਿਵਾਰ ਨਾਲ ਅਫਸੋਸ ਵੀ ਜ਼ਾਹਰ ਕਰਦੇ ਹਨ। ਸਾਡੇ ਨਾਲ ਜਿਸ ਤਰ੍ਹਾਂ ਦੀਪ ਸੁਮਨ ਜੀ ਦਾ ਪੂਰਾ ਪਰਿਵਾਰ, ਸਾਡੇ ਭੈਣ ਜੀ ਬਖਸ਼ੋ ਸੁਮਨ ਜੀ, ਬੀਬੀ ਬਚਨੀ ਜੀ, ਰਕੇਸ਼ ਜੀ, ਸਾਡੇ ਡਾਕਟਰ ਰਕੇਸ਼ ਸੁਮਨ ਜੀ, ਪੂਰਾ ਪਰਿਵਾਰ ਜੋ ਹੈ ਅੱਜ ਝੱਲੀ ਪਰਿਵਾਰ ਦੇ ਨਾਲ ਆਪਣੇ ਅਫਸੋਸ ਜ਼ਾਹਰ ਕਰਦਾ ਹੈ ਤੇ ਦਾਦਰਾ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਸਾਡੇ ਪ੍ਰੇਮ ਸ਼ੇਪੂਰੀ ਜੀ ਐਂਡ ਨਰਿੰਦਰ ਕੌਰ ਜੀ ਵੀ ਅਫਸੋਸ ਜ਼ਾਹਰ ਕਰਦੇ ਹਨ ਤੇ ਦਾਦਰਾ ਪਰਿਵਾਰ ਨੂੰ ਵਧਾਈਆਂ ਦਿੰਦੇ ਹਨ। ਰਮੇਸ਼ ਦਾਦਰਾ ਜੀ, ਮਿੰਨਾ ਦਾਦਰਾ ਜੀ ਜੋ ਕਿ
ਐਨਵਰਸਰੀ ਤੇ ਦਾਦਰਾ ਪਰਿਵਾਰ ਨੂੰ ਵਧਾਈਆਂ ਦਿੰਦੇ ਹਨ ਤੇ ਭੈਣ ਜੀ ਸਤਿਆ ਜੀ ਦੇ ਦੁੱਖ ਦੇ ਵਿੱਚ ਸਾਂਝੇ ਹੁੰਦੇ ਹਨ। ਸਾਡੇ ਦੀਸ਼ ਦਾਦਰਾ ਜੀ, ਸਮਿਤਰੀ ਦਾਦਰਾ ਜੀ ਜੋ ਅਸ਼ੋਕ ਦਾਦਰਾ ਜੀ ਦੇ ਪਿਤਾ ਜੀ ਹਨ, ਤੇ ਭੈਣ ਜੀ ਸਮਿਤਰੀ ਦਾਦਰਾ ਜੀ ਜੋ ਅੱਜ ਸਾਡੇ ਬਹੁਤ ਹੀ ਆਦਰਣੀय ਸਾਥੀ ਹਨ ਤੇ ਅੱਜ ਝੱਲੀ ਪਰਿਵਾਰ ਨੂੰ ਬਹੁਤ ਬਹੁਤ ਅਫਸੋਸ ਜ਼ਾਹਰ ਕਰਦੇ ਹਨ ਤੇ ਉਹਨਾਂ ਦੇ ਬੇਟੇ ਤੇ ਬਹੂ ਦਾ ਅੱਜ ਜੋ 20ਵੇਂ ਸਾਲਵੀਂ ਐਨਵਰਸਰੀ ਹੈ ਉਸ ਦੀ ਖੁਸ਼ੀ ਵਿੱਚ 25 ਪੌਂਡ ਲੋਟਸ ਟੀਵੀ ਨੂੰ ਦਾਨ ਦਿੰਦੇ ਹਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਪ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਜੀਵਨ ਯਾਤਰਾ ਹੀ ਇਸ ਤਰ੍ਹਾਂ ਦੀ ਹੈ ਜਿਸ ਦੇ ਵਿੱਚ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਹੈ ਤੇ ਅੱਜ ਅਸੀਂ ਤੁਹਾਡੇ ਨਾਲ ਬੜੇ ਹੀ ਦੁੱਖ ਦੀ ਖਬਰ ਵੀ ਸਾਂਝੀ ਕਰ ਰਹੇ ਹਾਂ ਤਾਂ ਇੱਕ ਖੁਸ਼ੀ ਦੀ ਖਬਰ ਵੀ ਸਾਂਝੀ ਕਰ ਰਹੇ ਹਾਂ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਇਸੇ ਤਰ੍ਹਾਂ ਸਾਰਿਆਂ ਨੇ ਇਕੱਠੇ ਹੁੰਦੇ ਹੋਏ ਲੰਘਣਾ ਹੈ। ਤਾਂ ਸੁਮਨ ਸਾਹਿਬ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਤੇ ਅੱਜ ਦਾ ਜੋ ਵਿਸ਼ਾ ਹਾਂਜੀ ਦਮਤਾ ਜੋ ਹੈ ਆਪਾਂ ਅੱਜ ਗੱਲ ਕਰ ਰਹੇ ਧੰਮ। ਬਿਲਕੁਲ। ਤੇ ਹੁਣ ਤਥਾਗਤ ਭਗਵਾਨ ਬੁੱਧ ਸਾਨੂੰ ਅੱਗੇ ਸਮਝਾਉਂਦੇ ਹਨ ਤ੍ਰਿਸ਼ਨਾਵਾਂ ਦਾ ਤਿਆਗ ਕਰਨਾ ਧੰਮ ਹੈ। ਬਿਲਕੁਲ। ਤੇ ਇੱਕ ਗਾਥਾ ਦੇ ਵਿੱਚ ਸਾਨੂੰ ਸਮਝਾਉਂਦੇ ਆ ਸਭ ਤਨ ਖਯੰਗ ਸਭ ਦੁੱਖ ਜਿਨਤੀ। ਜਦੋਂ ਤੁਸੀਂ ਜਿਹੜੀਆਂ ਤੁਹਾਡੀਆਂ ਇੱਛਾਵਾਂ ਆ ਤੰਨਾ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਖਤਮ ਕਰ ਲੈਂਦੇ ਆ, ਉਹਨਾਂ 'ਤੇ ਕਾਬੂ ਪਾ ਲੈਂਦੇ ਆ ਤਾਂ ਤੁਹਾਨੂੰ ਜਿਹੜੇ ਦੁੱਖਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜੇ ਗੱਛਾ ਪਰਮਾ ਰੋਗਾ ਕਿ ਜਿਹੜੀ ਭੁੱਖ ਆ ਇੱਕ ਬਹੁਤ ਹੀ ਵੱਡਾ ਰੋਗ ਆ। ਅਰੋਗਿਆ ਪਰਮਾ ਲਾਭਾ ਤੰਦਰੁਸਤ ਰਹਿਣਾ ਸਭ ਤੋਂ ਵੱਡਾ ਲਾਭ ਆ। ਬਿਲਕੁਲ। ਸੰਤੁਸ਼ਟੀ ਪਰਮਾ ਦੰਨਾ ਜਿਹੜੀ ਸੰਤੁਸ਼ਟੀ ਆ ਉਹ ਸਭ ਤੋਂ ਵੱਡਾ ਧਨ ਆ। ਕੰਟੈਂਟਮੈਂਟ ਇਜ਼ ਦੀ ਗ੍ਰੇਟੈਸਟ ਵੈਲਥ ਵੀ ਕੈਨ ਹੈਵ। ਨਿਵਾਨੰ ਪਰਮਾ ਸੁੱਖਾ ਨਿਵਾਨ ਜਿਹੜਾ ਆ ਸਭ ਤੋਂ ਵੱਡਾ ਸੁੱਖ ਜਿਹੜਾ ਆ ਨਿਵਾਨ ਆ। ਆਪਣੇ ਜੀਵਨ ਦੇ ਵਿੱਚ ਕੁਸ਼ਲ ਕੰਮ ਕਰਦੇ ਹੋਏ ਪੁੰਨ ਕਰਮ ਕਰਦੇ ਹੋਏ ਇਸ ਜੀਵਨ ਦੇ ਵਿੱਚ ਜੀਂਦੇ ਜੀ ਮੁਕਤੀ ਪ੍ਰਾਪਤ ਕਰ ਲੈਣਾ, ਉਹ ਨਿਵਾਨ ਪ੍ਰਾਪਤ ਕਰ ਲੈਣਾ ਸਭ ਤੋਂ ਵੱਡਾ ਸੁੱਖ ਹੈ। ਬਿਲਕੁਲ। ਤੇ ਇਸ ਤਰ੍ਹਾਂ ਜਿਹੜੀ ਤਨਾਵਾਂ ਆ ਜਿਹੜੀਆਂ ਤ੍ਰਿਸ਼ਨਾਵਾਂ ਆ ਉਹਨੂੰ ਅੱਗੇ ਫਿਰ ਉਹ ਸਮਝਾਉਂਦੇ ਹਨ। ਤਥਾਗਤ ਭਗਵਾਨ ਜੀ ਭਗਵਾਨ ਬੁੱਧ ਜੀ ਤ੍ਰਿਸ਼ਨਾਵਾਂ ਬਾਰੇ ਬਹੁਤ ਹੀ ਸਧਾਰਨ ਤੇ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਕਿ ਸੰਤੋਖ ਤੋਂ ਮਤਲਬ ਹੈ ਕਿ ਲੋਭੀ ਨਹੀਂ ਹੋਣਾ। ਲੋਭ ਇੱਕ ਤ੍ਰਿਸ਼ਨਾ ਹੈ। ਬਿਲਕੁਲ। ਜਿਹੜੇ ਧਨਵਾਨ ਲੋਕ ਆ ਅਗਿਆਨਤਾ ਦੇ ਕਾਰਨ ਧਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨ। ਉਹਨਾਂ ਦੀ ਲਾਲਸਾ ਬਣੀ ਰਹਿੰਦੀ ਹੈ ਕਿ ਲਾਲਸਾ ਵੀ ਇੱਕ ਤ੍ਰਿਸ਼ਨਾ ਹੈ। ਬਿਲਕੁਲ। ਜਿਸ ਨੂੰ ਰਾਗ ਵੀ ਕਿਹਾ ਜਾਂਦਾ ਹੈ। ਲਾਲਸਾ ਦੇ ਬਸ ਪੈ ਕੇ ਉਹ ਦਾਨ ਨਹੀਂ ਕਰਦੇ, ਉਹਨਾਂ ਨੂੰ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਉਹ ਹਮੇਸ਼ਾ ਤ੍ਰਿਸ਼ਨਾ ਦੇ ਵਿੱਚ ਰਹਿੰਦੇ ਹਨ, ਕਦੇ ਸੁਖੀ ਨਹੀਂ ਰਹਿੰਦੇ। ਇੱਕ ਰਾਜੇ ਦਾ ਰਾਜ ਜਿਸ ਤਰ੍ਹਾਂ ਮਰਜ਼ੀ ਫੈਲਿਆ ਹੋਵੇ ਤੇ ਰਾਜਿਆਂ ਦੀ ਤ੍ਰਿਸ਼ਨਾ ਵੀ ਖਤਮ ਨਹੀਂ ਹੁੰਦੀ। ਉਹ ਸਗੋਂ ਸਮੁੰਦਰੋਂ ਅੱਗੇ ਪਾਰ ਆਪਣੀਆਂ ਹੱਦਾਂ ਨੂੰ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਹਨ। ਜਿਸ ਤਰ੍ਹਾਂ ਕਿ ਅੱਜ ਦੇਖਦੇ ਹਾਂ ਕਿ ਅੱਜ ਤ੍ਰਿਸ਼ਨਾ ਨਹੀਂ ਪੂਰੀ ਹੋਈ ਕਿ ਅੱਜ ਤੁਸੀਂ ਦੇਖਦੇ ਹਾਂ ਕਿ ਰਸ਼ੀਆ ਦੀ ਲਾਲਚ ਦੀ ਅੱਗ ਦੇ ਕਾਰਨ ਯੂਕਰੇਨ ਉੱਤੇ ਹਮਲਾ ਕੀਤਾ ਹੋਇਆ ਹੈ। ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ, ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਹ ਸਭ ਰਾਗ ਦੀ ਤ੍ਰਿਸ਼ਨਾਵਾਂ ਦੀ ਅੱਗ ਦੇ ਕਾਰਨ ਹੈ। ਕਿਉਂਕਿ ਇਹ ਅਗਰ ਤ੍ਰਿਸ਼ਨਾ ਨਹੀਂ ਹੁੰਦੀ ਤੇ ਇਹ ਯੁੱਧ ਨਹੀਂ ਹੁੰਦੇ। ਤੇ ਇਸ ਕਰਕੇ ਕਿਹਾ ਹੈ ਅੱਜ ਸਾਨੂੰ ਯੁੱਧ ਨਹੀਂ ਬੁੱਧ ਚਾਹੀਦਾ ਹੈ। ਅੱਜ ਸਾਨੂੰ ਬੁੱਧ ਦੀ ਜ਼ਰੂਰਤ ਹੈ। ਅਗਰ ਲੋਕ ਬੁੱਧ ਦੇ ਧੰਮ ਨੂੰ ਸਮਝ ਜਾਣ ਤੇ ਇਹ ਯੁੱਧਾਂ ਦਾ ਖਾਤਮਾ ਹੋ ਸਕਦਾ ਹੈ। ਸਾਰਾ ਇਹ ਸੰਸਾਰ ਜਿਹੜਾ ਆ ਉਹ ਸੁਖਮਈ ਰਹਿ ਸਕਦਾ ਹੈ, ਸ਼ਾਂਤੀ ਦੇ ਨਾਲ ਰਹਿ ਸਕਦਾ ਹੈ। ਤੇ ਮਹਾਦਾਨ ਸੁੱਤ ਦੇ ਵਿੱਚ ਤਥਾਗਤ ਪੰਤੇ ਆਨੰਦ ਜੀ ਨੂੰ ਸਮਝਾਉਂਦੇ ਹਨ, ਲੋਭ ਉੱਤੇ ਕਾਬੂ ਪਾਉਣ ਬਾਰੇ ਇੱਕ ਉਪਦੇਸ਼ ਦਿੰਦੇ ਹਨ। ਹੇ ਆਨੰਦ, ਲੋਭ ਦੀ ਇੱਛਾ ਵਿੱਚੋਂ ਤ੍ਰਿਸ਼ਨਾ ਪੈਦਾ ਹੁੰਦੀ ਹੈ। ਜਦੋਂ ਲਾਭ ਦੀ ਇੱਛਾ ਮਲਕੀਅਤ ਦੀ ਇੱਛਾ ਵਿੱਚ ਬਦਲ ਜਾਂਦੀ ਹੈ ਤੇ ਜਦੋਂ ਮਲਕੀਅਤ ਦੀ ਇੱਛਾ ਆਪਣੀ ਮਲਕੀਅਤ ਨਾਲ ਬੁਰੀ ਤਰ੍ਹਾਂ ਚੰਬੜੇ ਰਹਿਣ ਦੀ ਇੱਛਾ ਬਣ ਜਾਂਦੀ ਹੈ ਤਾਂ ਇਹ ਲੋਭ ਕਹਿਲਾਉਂਦੀ ਹੈ। ਇਸ ਤਰ੍ਹਾਂ ਤਥਾਗਤ ਭਗਵਾਨ ਬੁੱਧ ਜੀ ਤ੍ਰਿਸ਼ਨਾ ਅਤੇ ਲੋਭ ਨੂੰ ਆਪਣੇ ਕਾਬੂ ਵਿੱਚ ਰੱਖਣਾ ਹੀ ਧੰਮ ਹੈ। ਤੇ ਇਹ ਧੰਮ ਦੇ ਤੇ ਜਿਸ ਤਰ੍ਹਾਂ ਕਿ ਉਹ ਦੱਸਦੇ ਆ ਕਿ ਸਾਰੇ ਸੰਸਕਾਰ ਜਿਹੜੇ ਆ ਉਹ ਨਿੱਤ ਹਨ, ਬਦਲਣ ਵਾਲੇ ਹਨ, ਸਦਾ ਰਹਿਣ ਵਾਲੇ ਨਹੀਂ। ਇਸ ਨੂੰ ਮੰਨਣਾ ਧੰਮ ਹੈ। Everything is impermanent. To know that with your wisdom, this is the Dhamma. ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਗਾਥਾ ਬੋਲੀ ਸੀ, ਸਭੇ ਸੰਖਾਰਾ ਨਿਚਾਤੀ ਜਦ ਪੰਨਿਆ ਪਸਤੀ
ਅਥ ਨਵਿੰਦਤੀ ਦੁੱਖੇ ਐਸਾ ਮੱਗੋ ਵਸੁਧਿਆ। All conditioned things are impermanent. When one sees this in wisdom, the one become dispassionate towards the painful, towards the suffering. This is the path of purity of the Lord Buddha. This is the Dhamma. ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਸੰਸਾਰ ਦੇ ਵਿੱਚ ਕੋਈ ਚੀਜ਼ ਸਦਾ ਰਹਿਣ ਵਾਲੀ ਨਹੀਂ, ਤਾਂ ਅਸੀਂ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਹੀ ਤਥਾਗਤ ਭਗਵਾਨ ਬੁੱਧ ਦਾ ਇਹ ਸ਼ੁੱਧ ਮਾਰਗ ਹੈ। ਬਹੁਤ ਦੇਖੋ ਤਥਾਗਤ ਬੁੱਧ ਦਾ ਧੰਮ ਦੇਖੋ, ਇੱਕ ਇੱਕ ਪੈਰ ਤੇ ਸਾਨੂੰ ਸਹੀ ਰਸਤਾ ਕਿਸ ਤਰ੍ਹਾਂ ਦਿਖਾ ਰਿਹਾ, ਬੜੇ ਸਰਲ ਤਰੀਕੇ ਨਾਲ। ਤੇ ਉਹਦੇ ਵਿੱਚ ਫਿਰ ਉਹ ਸਾਨੂੰ ਦੱਸਦੇ ਹਨ ਕਿ knowing that everything is impermanent, everything is changeable is a Dhamma। ਤਥਾਗਤ ਭਗਵਾਨ ਬੁੱਧ ਅਨੁਸਾਰ ਸਭ ਚੀਜ਼ਾਂ ਜਿਹੜੀਆਂ ਆ ਆਰਜੀ ਹਨ, ਅਸਥਿਰ ਹਨ, ਬਦਲਣ ਵਾਲੀਆਂ ਹਨ। ਇਹ ਮੰਨਣਾ ਹੀ ਧੰਮ ਹੈ। ਜੀਵ ਪ੍ਰਾਣੀ ਮਿੱਟੀ, ਅੱਗ, ਪਾਣੀ ਤੇ ਹਵਾ ਚਾਰ ਤੱਤਾਂ ਤੋਂ ਬਣਦਾ ਹੈ, ਤੇ ਇਹਦਾ ਸੁਮੇਲ ਜਦੋਂ ਟੁੱਟ ਜਾਂਦਾ ਹੈ ਤਾਂ ਫਿਰ ਮਰਨ ਹੋ ਜਾਂਦਾ ਹੈ। ਜਿਸ ਤਰ੍ਹਾਂ ਅੱਜ ਸਾਡੇ ਸੱਤਿਆ ਝੱਲੀ ਜੀ ਸੱਤਿਆ ਵਿੱਚ ਨਹੀਂ, ਸਾਡੇ ਵਿੱਚ ਨਹੀਂ ਰਹੇ, ਤੇ ਇਹ ਜਿਹੜਾ ਸੁਮੇਲ ਹੈ 4 ਐਲੀਮੈਂਟਸ ਮਿੱਟੀ, ਅੱਗ, ਪਾਣੀ ਤੇ ਹਵਾ, ਇਹ ਜਦੋਂ ਇਹਦਾ ਸੁਮੇਲ ਟੁੱਟ ਜਾਂਦਾ ਹੈ ਤਾਂ ਜੀਵ ਪ੍ਰਾਣੀ ਨਹੀਂ ਰਹਿੰਦਾ। ਇਹੀ ਧੰਮ ਹੈ, ਇਹਨੂੰ ਮੰਨਣਾ ਧੰਮ ਹੈ। ਤੇ ਕੰਮਾਂ ਜਾਂ ਕਰਮ ਨੂੰ ਮਾਨਵ ਜ਼ਿੰਦਗੀ ਦੇ ਨੈਤਿਕ ਸੰਸਥਾਨ ਦਾ ਆਧਾਰ ਮੰਨਣਾ ਧੰਮ ਹੈ। ਇਨ ਇੰਗਲਿਸ਼, ਟੂ ਬਲੀਵ ਦੈਟ ਕੰਮਾ ਇਜ਼ ਦਾ ਇੰਸਟਰੂਮੈਂਟ ਆਫ ਦ ਮੋਰਲ ਆਰਡਰ ਇਜ਼ ਧੰਮਾ। ਦੁਨੀਆ ਦੀ ਨੈਤਿਕਤਾ ਦੀ ਲੜੀ ਨੂੰ ਬਣਾਈ ਰੱਖਣਾ, ਬਣਾਉਣ ਵਾਲਾ ਕੋਈ ਰੱਬ ਜਾਂ ਪਰਮਾਤਮਾ ਨਹੀਂ, ਤਥਾਗਤ ਭਗਵਾਨ ਬੁੱਧ ਆ। ਉਹ ਇੱਕ ਕਰਮ ਨੇਮ ਹੈ, ਇਟਸ ਏ ਲਾਅ ਆਫ ਕੰਮਾ ਹੈ, ਜੋ ਦੁਨੀਆ ਦੀ ਨੈਤਿਕ ਲੜੀ ਨੂੰ ਬਣਾਈ ਹੋਈ ਹੈ। ਦੁਨੀਆ ਦੀ ਨੈਤਿਕ ਲੜੀ ਭਾਵੇਂ ਚੰਗੀ ਹੋਵੇ ਤੇ ਚਾਹੇ ਬੁਰੀ, ਲੇਕਿਨ ਤਥਾਗਤ ਭਗਵਾਨ ਬੁੱਧ ਅਨੁਸਾਰ ਜਿਸ ਤਰ੍ਹਾਂ ਦੀ ਵੀ ਹੈ ਉਹ ਆਦਮੀ ਉੱਤੇ ਹੀ ਟਿਕੀ ਹੋਈ ਹੈ। ਇਨਸਾਨ ਹੀ ਇਹਨੂੰ ਚੰਗੀ ਬਣਾ ਸਕਦਾ ਹੈ ਆਪਣੇ ਕੰਮਾਂ ਦੇ ਨਾਲ, ਇਨਸਾਨ ਹੀ ਇਸ ਨੂੰ ਬੁਰੀ ਬਣਾ ਸਕਦਾ। ਕਰਮ ਦਾ ਕੀ ਮਤਲਬ ਹੈ, ਇਸ ਬਾਰੇ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਹਾਂ। ਤਥਾਗਤ ਭਗਵਾਨ ਬੁੱਧ ਮੁਤਾਬਕ ਕਰਮ ਦਾ ਮਤਲਬ ਹੈ ਕਿ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕਰਮ ਅਤੇ ਉਸ ਦਾ ਨਤੀਜਾ। ਤੇ ਉਹਦੇ ਨਾਲ ਬੁਰਾ, ਅਗਰ ਨੈਤਿਕ ਲੜੀ ਬੁਰੀ ਹੈ ਤੇ ਇਸ ਦਾ ਮਤਲਬ ਹੈ ਕਿ ਮਨੁੱਖ ਜਿਹੜਾ ਆ ਬੁਰਾ ਕਰਮ ਕਰ ਰਿਹਾ ਹੈ। ਨੈਤਿਕ ਲੜੀ ਜੇ ਚੰਗੀ ਹੈ ਤਾਂ ਇਸ ਦਾ ਮਤਲਬ ਹੈ ਕਿ ਮਨੁੱਖ ਚੰਗਾ ਕੰਮ ਕਰਦਾ ਹੈ ਤੇ ਆਦਮੀ ਚੰਗਾ ਬਣਦਾ ਹੈ। ਤਥਾਗਤ ਭਗਵਾਨ ਬੁੱਧ ਅਨੁਸਾਰ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਇਹ ਇੱਕ ਕਰਮ ਦਾ ਸਿਧਾਂਤ ਹੈ, ਇੱਕ ਨਿਯਮ ਹੈ। ਇਹ ਕਰਮ ਦਾ ਨਤੀਜਾ ਮਨੁੱਖ ਦਾ ਉਸ ਦਾ ਪਿੱਛਾ ਇਸ ਤਰ੍ਹਾਂ ਕਰਦਾ ਹੈ ਕਿ ਜਿਸ ਤਰ੍ਹਾਂ ਕਿ ਰਾਤ ਦਿਨ ਦਾ ਕਰਦੀ ਹੈ। ਇਹ ਕਰਮ ਜਿਹੜਾ ਆ ਉਹ ਤੁਹਾਡੇ ਪਿੱਛੇ ਪਿੱਛੇ ਤੁਹਾਡੇ ਇਸ ਤਰ੍ਹਾਂ ਚੱਲਦਾ ਹੈ ਕਿ ਜਿੱਦਾਂ ਦਿਨ ਤੇ ਰਾਤ, ਰਾਤ ਤੇ ਦਿਨ, ਇੱਦਾਂ ਹੀ ਕਰਮ ਤੁਹਾਡਾ ਜਿਹੜਾ ਹੈ, ਤੁਹਾਡੇ ਕਰਮ ਦਾ ਹੀ ਨਤੀਜਾ ਤੁਹਾਨੂੰ ਮਿਲਦਾ, ਸੁੱਖ ਦੁੱਖ ਹੈ ਨਾ। ਇਹ ਕਰਮ ਦਾ ਵਿਧਾਨ ਹੈ। ਚੰਗੇ ਕਰਮਾਂ ਦਾ ਲਾਭ ਵੀ ਹਰ ਕੋਈ ਲੈ ਸਕਦਾ ਹੈ ਅਤੇ ਬੁਰੇ ਕੰਮਾਂ ਦੇ ਨਤੀਜੇ ਹੋਣ ਕਰਕੇ ਨੁਕਸਾਨ ਤੋਂ ਵੀ ਕੋਈ ਨਹੀਂ ਬਚ ਸਕਦਾ। ਤੁਸੀਂ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ। ਇਸ ਕਰਕੇ ਤਥਾਗਤ ਭਗਵਾਨ ਬੁੱਧ ਆਪਣੀ ਬਾਣੀ 'ਚ ਕਹਿੰਦੇ ਆ, ਡੂ ਨਾਟ ਬਲੇਮ ਅਦਰਸ, ਡੂ ਨਾਟ ਇੰਜਰ ਅਦਰਸ, ਡੂ ਨਾਟ ਹਾਰਮ ਅਦਰਸ, ਡੂ ਨਾਟ ਅਪਰੈਸ ਅਦਰਸ, ਦਿਸ ਇਜ਼ ਦਾ ਧੰਮਾ। ਬਹੁਤ ਹੀ ਡਿਟੇਲ ਦੇ ਵਿੱਚ ਤੁਸੀਂ ਸੁਮਨ ਸਾਹਿਬ ਦੱਸਿਆ ਹੈ ਕਿ ਅਸਲ ਦੇ ਵਿੱਚ ਜੋ ਧੰਮ ਹੈ, ਤਥਾਗਤ ਬੁੱਧ ਦਾ ਜੋ ਧੰਮ ਹੈ, ਉਹ ਸਾਨੂੰ ਕਿੰਨਾ ਸਰਲ ਤਰੀਕੇ ਦੇ ਨਾਲ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਦਾ ਜੀਵਨ, ਜੋ ਜੀਵਨ ਚਰਿਆ ਹੈ, ਕਿਸ ਤਰ੍ਹਾਂ ਕੋਈ ਵੀ ਚੀਜ਼ ਜਿਹੜੀ ਸਥਿਰ ਨਹੀਂ ਹੈ, ਤਾਂ ਇਸ ਨੂੰ ਜੇਕਰ ਅਸੀਂ ਧਰਮ ਦੇ ਭੁਲੇਖਿਆਂ ਦੇ ਵਿੱਚ ਪੈ ਕੇ ਜਾਣੀਏ ਤਾਂ ਬਿਲਕੁਲ ਇਸ ਦੇ ਓਪੋਜ਼ਿਟ ਹੈ, ਉਸ ਦੇ ਬਿਲਕੁਲ ਦੂਸਰੇ ਪਾਸੇ। ਜਿਸ ਤਰ੍ਹਾਂ ਤੁਸੀਂ ਹੁਣ ਕਰਮਾਂ ਦੀ ਗੱਲ ਕੀਤੀ ਹੈ, ਤਾਂ ਕਰਮਾਂ ਦੇ ਦੂਸਰੇ ਪਾਸੇ ਜੇ ਧਰਮ ਵੱਲ ਜਾਵੋ, ਧੰਮ ਨੂੰ ਛੱਡ ਕੇ। ਇਸ ਤਰ੍ਹਾਂ ਹੈ ਕਿ ਤਥਾਗਤ ਭਗਵਾਨ ਬੁੱਧ ਦਾ ਜਿਹੜਾ ਧੰਮ ਹੈ ਨਾ, ਉਹ ਸਾਨੂੰ ਕਹਿ ਰਿਹਾ ਹੈ ਕਿ ਦੁੱਖ ਦਾ ਕਰ, ਸੁੱਖ ਦਾ ਕਰ, ਤੇਰੇ ਅੰਦਰ, ਬਾਹਰ ਉਸ ਦੀ ਤਲਾਸ਼ ਨਾ ਕਰ। ਬਿਲਕੁਲ, ਇਹ ਤੁਹਾਡੀ ਕਰਮਾਂ ਦੀ ਥਿਊਰੀ ਹੈ। ਇਹ ਤੁਹਾਡੇ ਮਨ ਤੇ, ਅਗਰ ਯੂ ਆਰ ਵਾਟ ਯੂ ਥਿੰਕ, ਇਹ ਤੁਹਾਡਾ ਮਨ ਜਿਹੜਾ ਆ
ਇਹ ਮਨ ਜਿਹੜਾ ਆ ਅਗਰ ਇੱਥੇ ਤੁਸੀਂ ਕੰਟਰੋਲ ਕਰਦੇ ਆ ਆਪਣੇ ਕੰਟਰੋਲ ਕਰੋਗੇ ਤਾਂ ਅਸੀਂ ਚੰਗਾ ਵੀ ਬਣਾ ਸਕਦੇ ਆ ਤੇ ਬੁਰਾ ਵੀ ਕਲਾ। ਅਗਰ ਤੁਸੀਂ ਬੁਰੇ ਮਨ ਦੇ ਨਾਲ ਕੁਝ ਕਰੋਗੇ ਤੇ ਉਹਦਾ ਰਿਜ਼ਲਟ ਬੁਰਾ ਨਿਕਲੂਗਾ। ਅਗਰ ਚੰਗੇ ਮਨ ਦੇ ਨਾਲ ਤੁਸੀਂ ਕੁਝ ਕਰੋਗੇ ਤਾਂ ਉਹਦਾ ਕੋਈ ਲਾਭ ਤੁਹਾਨੂੰ ਵੀ ਮਿਲੇਗਾ, ਬਾਕੀਆਂ ਨੂੰ ਵੀ ਲਾਭ ਮਿਲੇਗਾ। ਤਾਂ ਹੁਣ ਅਗਲੀ ਤਰਤੀਬ ਦੇ ਵਿੱਚ ਮੈਂ ਆ ਰਿਹਾ ਹਾਂ ਕਿ ਆਓ ਹੁਣ ਜਾਣਦੇ ਹਾਂ ਕਿ ਅਧੰਮ ਕੀ ਹੈ। ਬਿਲਕੁਲ ਇਸੇ ਚੀਜ਼ ਵੱਲ ਨੂੰ ਆਪਾਂ ਵਧ ਰਹੇ ਕਿ ਜਿਸ ਤਰ੍ਹਾਂ ਧੰਮ ਜੋ ਹੈ ਉਹਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਫਿਰ ਹੀ ਧੰਮ ਨੂੰ ਧੰਮ ਨੂੰ, ਹਾਂ। ਬਿਲਕੁਲ। ਤਾਂ ਉਹਦੇ ਵਿੱਚ ਤਥਾਗਤ ਭਗਵਾਨ ਬੁੱਧ ਸਾਨੂੰ ਦੱਸਦੇ, ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬੁੱਧਾ ਐਂਡ ਧੰਮਾਂ ਦੇ ਵਿੱਚ ਸਾਨੂੰ ਇਹ ਦੱਸਦੇ ਆ ਕਿ ਤਥਾਗਤ ਭਗਵਾਨ ਬੁੱਧ ਦੇ ਅਨੁਸਾਰ ਗੈਰ ਕੁਦਰਤੀ ਚੀਜ਼ਾਂ ਦੇ ਵਿੱਚ ਯਕੀਨ ਰੱਖਣਾ ਅਧੰਮ ਹੈ। ਬਲੀਵ ਇਨ ਸੁਪਰ ਨੈਚੁਰਲ ਇਜ਼ ਨਾਟ ਧੰਮਾ। ਬਿਲਕੁਲ। ਕਿ ਲੋਕ ਕਹਿੰਦੇ ਆ ਕਿ ਉੱਪਰ ਕੋਈ ਪਾਵਰ ਹੈ, ਲੇਕਿਨ ਇਹ ਧੰਮ ਨਹੀਂ। ਦੀ ਗੱਲ ਕੀਤੀ ਜਾਂਦੀ ਹੈ, ਇਹ ਧੰਮ ਨਹੀਂ। ਬਿਲਕੁਲ। ਲੇਕਿਨ ਤਥਾਗਤ ਬੁੱਧ ਕਹਿੰਦੇ ਆ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਜਿਹੜੀ ਕਿ ਗੈਰ ਕੁਦਰਤੀ ਹੈ। ਹਰ ਘਟਨਾ ਜਿਹੜੀ ਆ ਉਹ ਕੁਦਰਤੀ ਹੈ, ਕਾਰਜ ਅਤੇ ਕਾਰਨ ਦੀ ਵਿਧੀ ਦੇ ਨਾਲ। ਤਾਂ ਇਹ ਇਸ ਇੱਕ ਸੁੱਤ ਹੈ, ਉਹਨੂੰ ਆਪਾਂ ਸੁੱਤ ਦੇ ਵਿੱਚ ਸਾਨੂੰ ਸਮਝਾਉਂਦੇ ਆ ਕਿ ਐਵਰੀਥਿੰਗ ਇਜ਼ ਹੈਪਨਿੰਗ ਵਿਦ ਕੋਜ਼ ਐਂਡ ਇਫੈਕਟ, ਦਾ ਲਾਅ ਆਫ ਨੇਚਰ। ਕੋਈ ਅਨਨੈਚੁਰਲ ਨਹੀਂ। ਤੇ ਉਹਨੂੰ ਇਸ ਚੀਜ਼ ਨੂੰ ਮੰਨਣਾ ਜਿਹੜਾ ਆ ਉਹ ਧੰਮ ਹੈ। ਤੇ ਉਹਦੇ ਨਾਲ ਜਿਹੜਾ ਆ ਤਥਾਗਤ ਭਗਵਾਨ ਬੁੱਧ ਜਿਹੜੇ ਸਾਨੂੰ ਪ੍ਰਤਿਤਯ ਸਮੂਹ ਉਪਾਦ ਸੁੱਤ ਦੇ ਵਿੱਚ ਸਮਝਾਉਂਦੇ ਆ ਕਿ ਐਵਰੀਥਿੰਗ ਇਜ਼ ਹੈਪਨਿੰਗ ਬਿਕੋਜ਼ ਆਫ ਕੋਜ਼ ਐਂਡ ਇਫੈਕਟ। To understand that, realize that with your wisdom, that is ਧੰਮ। ਅਗਰ ਅਸੀਂ ਨਹੀਂ ਇਹਨੂੰ ਮੰਨਦੇ ਤਾਂ ਉਹ ਧੰਮ ਹੈ। ਗੈਰ ਕੁਦਰਤੀ ਨੂੰ ਮੰਨਣਾ ਧਰਮ ਹੈ। ਫਿਰ ਨਾਲ ਰੱਖਦੇ ਆ ਆਤਮਾ ਵਿੱਚ ਯਕੀਨ ਰੱਖਣਾ ਅਧਰਮ ਹੈ, ਕਿਉਂਕਿ ਅਸੀਂ ਆਤਮਾ ਪਰਮਾਤਮਾ ਦੇ ਚੱਕਰਾਂ ਦੇ ਵਿੱਚ ਪਏ ਹਾਂ। ਬਿਲਕੁਲ। ਲੇਕਿਨ ਤਥਾਗਤ ਭਗਵਾਨ ਬੁੱਧ ਕਹਿੰਦੇ ਇਹ ਮਨੁੱਖ, ਇਹ ਧਰਮ ਨਹੀਂ ਹੈ, ਇਹ ਧੰਮ ਨਹੀਂ ਹੈ। ਧੰਮ ਹੈ ਕਿ ਮਾਨਵ ਦੇ ਨਾਲ ਤੇ ਮਾਨਵ ਦਾ ਕੀ ਹਿੱਸਾ ਹੈ। ਬਿਲਕੁਲ। ਤਾਂ ਇਹਦੇ ਵਿੱਚ ਸਾਨੂੰ ਇੱਕ ਮੱਗ ਦੇ ਵਿੱਚ ਤਾਂ ਸਮਝਾਉਂਦੇ ਹਨ, ਇੱਕ ਗਾਥਾ ਦਾ ਉਚਾਰਨ ਕਰਕੇ। ਉੱਥੇ ਕਹਿੰਦੇ ਆ ਸਭੇ ਧੰਮਾ ਅਨੱਤਾਤੀ ਜਦ ਪੰਨਿਆ ਪਸਤੀ। ਸਭੇ ਧੰਮਾ ਅਨੱਤਤੀ ਜਦ ਪੰਨਿਆ ਪਸਤੀ। ਅਥ ਨਵਿੰਦਤੀ ਦੁੱਖੇ ਐਸ ਮੱਗੋ ਬਸ਼ੁੱਧਿਆ। ਉਹ ਕਹਿੰਦੇ ਕਿ all states like all Dhamma are without self. When one sees this in the wisdom, then he becomes dispassionate towards the painful suffering. This is the path of purity and of Lord Buddha. This is the Dhamma. Then who believe in Atma Paramatma, that is not the Dhamma, that's a Dhamma. ਤੇ ਫਿਰ ਕਹਿੰਦੇ ਆ ਕਿ ਜੱਗ ਬਲੀਆਂ ਵਿੱਚ ਯਕੀਨ ਰੱਖਣਾ ਅਧੰਮ ਹੈ। ਬਲੀਫ ਇਨ ਸੈਕਰੀਫਾਈਸਿੰਗ ਆਫ ਐਨੀਮਲਸ ਐਂਡ ਹਿਊਮਨ ਇਜ਼ ਨਾਟ ਧੰਮਾ। ਕਿਉਂਕਿ ਲੋਕ ਦੂਸਰੀਆਂ ਜਾਨਾਂ ਲੈ ਕੇ ਕਹਿੰਦੇ ਆ ਕਿ ਧਰਮ ਆ ਸਾਡਾ, ਬਲੀਆਂ ਸੈਕਰੀਆਂ ਪਾਈਆਂ ਜੱਗ ਕਰਦੇ ਆ। ਤਥਾਗਤ ਬੁੱਧ ਕਹਿੰਦੇ ਆ ਕਿ ਇਹ ਮਨੁੱਖ ਇਹ ਅਧੰਮ ਹੈ, ਇਹ ਧੰਮ ਨਹੀਂ ਹੈ। ਧਾਰਮਿਕ ਪੁਸਤਕਾਂ ਦਾ ਸਿਰਫ ਪਾਠ ਕਰਨਾ, ਬਿਲਕੁਲ, ਕਿਤਾਬਾਂ ਪੜ੍ਹੀ ਜਾਣੀਆਂ, ਇਹ ਅਧਰਮ ਹੈ। ਬਿਲਕੁਲ। ਜਿੱਦਾਂ ਕਹਿੰਦੇ ਕਿ ਰੀਡਿੰਗ ਬੁੱਕਸ ਆਫ ਧੰਮਾ ਇਜ਼ ਨਾਟ ਧੰਮਾ। ਜਿੱਦਾਂ ਕਿ ਬਾਣੀ ਦੇ ਵਿੱਚ ਵੀ ਲਿਖਿਆ ਪੜ੍ਹ ਪੜ੍ਹ ਗੱਦੇ ਲੱਦੀਏ, ਪੜ੍ਹ ਪੜ੍ਹ ਭਰੀਏ ਖਾਸ। ਤੇ ਇੱਥੇ ਤਥਾਗਤ ਭਗਵਾਨ ਬੁੱਧ ਕਹਿੰਦੇ ਆ ਕਿ ਸਿਰਫ ਕਿਤਾਬਾਂ ਨੂੰ ਪੜ੍ਹਨ ਦੇ ਨਾਲ ਤੁਹਾਨੂੰ ਮਤਲਬ ਤੁਸੀਂ ਧਰਮੀ ਨਹੀਂ ਬਣ ਸਕਦੇ। ਤੁਹਾਨੂੰ ਪੜ੍ਹ ਕੇ ਉੱਤੇ ਪ੍ਰੈਕਟਿਸ ਕਰਕੇ ਤਾਂ ਫਿਰ ਤੁਸੀਂ ਧਰਮੀ ਬਣ ਸਕਦੇ ਆ। ਅਤੇ ਉੱਥੇ ਪਟੇਸ਼ਨ ਦੀ ਇੱਕ ਤਥਾਗਤ ਭਗਵਾਨ ਬੁੱਧ ਜਿਹੜੇ ਆ ਉਹ ਪਟੇਸ਼ਨ ਨੂੰ ਇੱਕ ਗਾਥਾ ਸਮਝਾਉਂਦੇ ਆ। ਕਿਉਂਕਿ ਬਾਕੀ ਦੇ ਕਈ ਭਿੱਖੂ ਸੀਗੇ, ਉਹ ਕਹਿੰਦੇ ਸਾਡੇ ਕੋਲ ਬਹੁਤ ਗਿਆਨ ਹੈ, ਸਾਨੂੰ ਪੂਰੇ ਦਾ ਪੂਰਾ ਧੰਮ ਪਦ ਆਉਂਦਾ ਆ, ਅਤੇ ਉਹਦਾ ਮਜ਼ਾਕ ਉਠਾਉਂਦੇ ਹੁੰਦੇ ਸੀ। ਤਾਂ ਉਹ ਭਿੱਖੂ ਪਟੇਸ਼ਨ ਜਿਹੜਾ ਸੀਗਾ ਉਹਦੀ ਯਾਦਦਾਸ਼ਤ ਬਹੁਤ ਕਮ ਸੀਗੀ। ਤਾਂ ਤਥਾਗਤ ਭਗਵਾਨ ਬੁੱਧ ਨੇ ਇੱਕ ਦਿਨ ਉਹਨਾਂ 'ਤੇ ਕਿਹਾ ਕਿ ਇਹ ਪਟੇਸ਼ਨ ਆ ਮੈਂ ਤੈਨੂੰ ਧੰਮ ਸਿਖਾਵਾਂ। ਉਹਨਾਂ ਨੇ ਇੱਕ ਛੋਟੀ ਜਿਹੀ ਗਾਥਾ ਪੜ੍ਹ ਕੇ ਦੱਸਦੇ ਆ। ਉਹ ਗਾਥਾ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰੂੰਗਾ। ਉਹਦੇ ਵਿੱਚ ਕਹਿੰਦੇ ਆ ਕਾਇਨ ਸੰਭਰੋ ਸਾਧੂ, ਸਾਧੂ ਵਾਚਾ ਸੰਭਰੋ, ਮਨਸਾ ਸੰਭਰੋ ਸਾਧੂ, ਸਾਧੂ
ਸਵੱਥ ਸੰਬਰੋ ਸਵੱਥ ਸਵੰਤੋ ਬਿਖੂ ਸਭ ਦੁੱਖ ਪਮੁਚਤੀ। ਤੇ ਉਹ ਪਟੇਸ਼ਨ ਨੇ ਇਸ ਗੱਲ ਨੂੰ ਸਮਝ ਕੇ ਉਹਦੇ ਤੇ ਇੰਨਾ ਅਸਰ ਹੋਇਆ ਤੇ ਉਹ ਸਰੋਤਾਪਨ ਨੂੰ ਪ੍ਰਾਪਤ ਹੋ ਗਏ, ਬਿਲਕੁਲ, ਕਿਉਂਕਿ ਉਹਨਾਂ ਨੇ ਉਹਨੂੰ ਸਮਝ ਲਿਆ। ਇਹਦਾ ਅੰਗਰੇਜ਼ੀ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰੂੰਗਾ। ਇਹਦਾ ਪੰਜਾਬੀ 'ਚ ਅਰਥ ਹੈ ਕਿ ਆਪਣਾ ਜਿਹੜੀ ਬੋਡੀ ਆ, ਕਾਇਆ ਆ, ਉਹਦਾ ਸੰਜਮ ਰੱਖੋ, ਆਪਣੀ ਬਾਣੀ ਦਾ ਸੰਜਮ ਰੱਖੋ, ਆਪਣੇ ਮਨ ਦਾ ਸੰਜਮ ਰੱਖੋ ਕਿ ਇਹਦੇ ਵਿੱਚ ਕੋਈ ਬੁਰੀ ਭਾਵਨਾ, ਈਰਖਾ ਤੇ ਨਹੀਂ ਹੁੰਦੀ। ਮੇਰੇ ਜਿਹੜੀ ਬੋਡੀ ਆ ਉਹ ਤੋਂ ਕੋਈ ਬੁਰਾ ਕਰਮ ਤੇ ਨਹੀਂ ਹੋ ਰਿਹਾ। ਮੇਰੀ ਬਾਣੀ ਜਿਹੜੀ ਆ ਉਹ ਕਿਸੇ ਨੂੰ ਕੋਈ ਕੌੜਾ ਲਫ਼ਜ਼ ਤੇ ਨਹੀਂ ਬੋਲ ਰਹੀ। ਮੇਰੀ ਬਾਣੀ ਤੋਂ ਕਿਸੇ ਨੂੰ ਦੁੱਖ ਤੇ ਨਹੀਂ ਪੈ। ਇੱਥੇ ਕਹਿੰਦੇ ਇੱਥੇ ਸੰਜਮ ਰੱਖੋ, ਕੰਟਰੋਲ ਰੱਖੋ। ਤਾਂ ਫਿਰ ਕਹਿੰਦੇ ਇਹ ਸਭ ਉੱਤੇ ਕੰਟਰੋਲ ਰੱਖੋ। ਤੇ ਨਾਲ ਫਿਰ ਕਹਿੰਦੇ ਸਵੱਥ ਸਵੰਤੋ ਭਿਖੂ। ਤੇ ਜਦੋਂ ਇੱਕ ਭਿਖੂ ਹਰ ਇੱਕ ਪਾਸੇ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖਦਾ ਹੈ ਤਾਂ ਸਭ ਦੁੱਖ ਪਮੁਚਤੀ, ਸਾਰੇ ਦੁੱਖ ਦੂਰ ਹੋ ਜਾਂਦੇ ਆ। ਤੇ ਉਹ ਇੱਕ ਬਹੁਤ ਹੀ ਇੱਕ ਸਟੇਟ ਦੇ ਵਿੱਚ ਪੈਦਾ ਭਿਖੂ ਜਿਹੜਾ ਆ ਉਹ ਉਹਦੇ ਵਿੱਚ ਚਲੇ ਜਾਂਦਾ ਹੈ, ਸਰੋਤਾਪਨ ਦੇ ਵਿੱਚ। ਇਹ ਅੰਗਰੇਜ਼ੀ ਦੇ ਵਿੱਚ ਮੈਂ ਸਾਂਝੀ ਕਰਦਾ ਵਾਂ। ਗੁੱਡ ਇਜ਼ ਅ ਰਿਸਟ੍ਰੇਨ ਆਫ ਦਾ ਬਾਡੀ, ਗੁੱਡ ਇਜ਼ ਅ ਰਿਸਟ੍ਰੇਂਟ ਆਫ ਸਪੀਚ, ਗੁੱਡ ਇਜ਼ ਅ ਰਿਸਟ੍ਰੇਂਟ ਆਫ ਦਾ ਮਾਈਂਡ। Restraint everywhere is good. The bhikkhu restraint in every way is good. ਤੇ ਫਿਰ ਨਾਲ ਕਹਿੰਦੇ ਚਖੂ ਨਾ ਸੰਬਰੋ ਸਾਧੂ, ਸਾਧੂ ਸੋ ਤੈਨ ਸੰਬਰੋ, ਕਾਨੇਨ ਸੰਬਰੋ ਸਾਧੂ, ਸਾਧੂ ਜੀਵਾਇਆ ਸੰਬਰੋ। ਇਹਦਾ ਮਤਲਬ ਹੈ ਰੇਖਾ ਜੀ, ਉਹ ਕਹਿੰਦੇ ਆ ਕਿ ਆਪਣੇ ਜਿਹੜੇ ਚਖੁਣਾ ਆ, ਅੱਖਾਂ ਜਿਹੜੀਆਂ ਆ, ਇਹਦਾ ਸੰਜਮ ਰੱਖੋ। ਬਿਲਕੁਲ, ਤੁਸੀਂ ਕਿਸੇ ਨੂੰ ਬੁਰੀ ਤੇ ਨਜ਼ਰ ਨਾਲ ਤੇ ਨਹੀਂ ਦੇਖਦੇ। ਕੰਨਾਂ ਦੇ ਉੱਪਰ ਸੰਜਮ ਰੱਖੋ। ਕਾਨੇਨ, ਨੱਕ ਦੇ ਉੱਪਰ, ਆਪਣੀ ਇੰਦਰੀਆਂ ਦੀ ਗੱਲ ਕਰ ਰਹੇ ਆ, ਆਪਣੇ ਨੱਕ ਦੇ ਉੱਪਰ ਸੰਜਮ ਰੱਖੋ। ਤੇ ਨਾਲ ਜੀਭ ਤੇ ਸੰਜਮ ਰੱਖੋ ਕਿ ਮੈਂ ਆਪਣੀ ਬਾਣੀ ਤੋਂ ਕੋਈ ਬੁਰਾ ਲਫ਼ਜ਼ ਤੇ ਨਹੀਂ ਕਿਸੇ ਨੂੰ ਬੋਲ ਰਿਹਾ। ਗੁੱਡ ਇਜ਼ ਰਿਸਟ੍ਰੇਂਟ ਮੀਨ ਕੰਟਰੋਲ ਆਫ ਦਾ ਆਈ, ਗੁੱਡ ਇਜ਼ ਰਿਸਟ੍ਰੇਂਟ control of the ear, good is restraint control of the nose, good is restraint control of the tongue। ਤਾਂ ਇਹ ਚੀਜ਼ਾਂ ਤੇ ਕੰਟਰੋਲ ਰੱਖੋਗੇ ਤਾਂ ਸਿਰਫ ਪਾਠ ਕਰਨਾ ਹੀ ਨਹੀਂ, ਸਾਨੂੰ ਆਹ ਕੰਮ ਕਰਨੇ ਪੈਣੇ ਆ। ਆਪਣੀ ਪਿਓਰਿਟੀ ਆਫ ਬਾਡੀ, ਪਿਓਰਿਟੀ ਆਫ ਮਾਈਂਡ, ਪਿਓਰਿਟੀ ਆਫ ਸਪੀਚ, ਇਹ ਪਵਿੱਤਰਤਾਵਾਂ ਨੂੰ ਇਹਨਾਂ ਤੇ ਸੰਜਮ ਰੱਖ ਕੇ ਅਸੀਂ ਆਪਣੇ ਦੁੱਖ ਵੀ ਦੂਰ ਕਰ ਸਕਦੇ ਹਾਂ ਤੇ ਦੂਸਰਿਆਂ ਦੇ ਦੁੱਖ ਵੀ ਦੂਰ ਕਰ ਸਕਦੇ ਹਾਂ। ਦੇਖੋ, ਜਿਸ ਤਰ੍ਹਾਂ ਤੁਸੀਂ ਭਿੱਖੂ ਪਟੀਸ਼ਨ ਉਹਨਾਂ ਦੀ ਉਦਾਹਰਨ ਦਿੱਤੀ, ਤੇ ਇੱਥੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਉਹ ਭਿੱਖੂ ਸੰਘ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਨਿਰਵਾਣ ਪ੍ਰਾਪਤ ਹੋ ਗਿਆ, ਇੱਕ ਸਮਝ ਦੇ ਨਾਲ, ਇੱਕ ਛੋਟੀ ਜਿਹੀ ਜਿਹੜੀ ਗਾਥਾ ਦੇ ਨਾਲ। ਬਿਲਕੁਲ, ਤਥਾਗਤ ਬੁੱਧ ਨੂੰ ਜਦੋਂ ਉਹਨਾਂ ਨੇ ਬਿਲਕੁਲ ਸਮਝਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਵੱਡੀਆਂ ਵੱਡੀਆਂ ਕਿਤਾਬਾਂ, ਬਹੁਤ ਸਾਰੇ ਪ੍ਰਵਚਨ ਨਾ ਸੁਣਦੇ ਹੋਏ ਉਹਨਾਂ ਨੇ ਕੁਝ ਪ੍ਰਵਚਨਾਂ ਨੂੰ ਸੁਣ ਕੇ ਤਾਂ ਇਹ ਕਹਿੰਦੇ ਆ ਕਿ ਤਮੰ ਚਰੇ ਸੁਚਰਿਤੰ ਨਾ ਤਾਂ ਦੁਚਰਿਤੰ ਚਰੇ, ਦਮਚਾਰੀ ਸੁਖੰਗ ਸੇਤੀ ਅਸਮ ਲੋਕੇ ਪਰਮਹਿਚ। ਸਦਾਚਾਰ ਦਾ ਜੀਵਨ ਜੀਵੋ, ਦੁਰਾਚਾਰ ਨਾ ਕਰੋ। ਤੇ ਜਿਹੜਾ ਧੰਮਚਾਰੀ ਆ, ਜਿਹੜਾ ਇਹਦਾ ਪਾਲਣ ਕਰਦਾ ਆ, ਉਹ ਸੁੱਖ ਦੇ ਨਾਲ ਸੌਂਦਾ ਹੈ। ਬਿਲਕੁਲ, ਜਨਮ ਵੇਲੇ ਵੀ, ਮਰਨ ਵੇਲੇ ਵੀ। ਨਾ ਤਾਪਤਾ ਧੰਮ ਤਰੋ, ਜਾਵਤਾ ਬਹੁ ਪਸਤੀ। ਜ਼ਿਆਦਾ ਬੋਲਣ ਦੇ ਨਾਲ ਜਾਂ ਜ਼ਿਆਦਾ ਕਹਿਣ ਦੇ ਨਾਲ ਕੋਈ ਧੰਮਚਾਰੀ ਨਹੀਂ ਬਣਦਾ। ਜੋ ਕੀ ਕਹਿੰਦੇ ਆ, ਪੰਪੀ ਚ ਸੁਤਵਾਨ ਕਾਇਨ ਪਸਤੀ, ਤਮੰਗ ਕਾਇਨ ਪਸਤੀ। ਜੋ ਥੋੜ੍ਹਾ ਜਿਹਾ ਸੁਣ ਕੇ ਆਪਣੇ ਉੱਤੇ ਉਹਨੂੰ ਪ੍ਰੈਕਟਿਸ ਕਰਦਾ ਹੈ ਤੇ ਉਹ ਧੰਮਚਾਰੀ ਦੇ ਵਿੱਚ ਧੰਮਚਾਰੀ ਬਣਦਾ। ਬਹੁਤ ਹੀ ਅੱਛੇ ਤਰੀਕੇ ਨਾਲ ਸੁਮਨ ਸਾਹਿਬ ਆਪਨੇ ਦੱਸਿਆ ਹੈ। ਤੇ ਉਸ ਦੇ ਨਾਲ ਸਾਡੇ ਬਹੁਤ ਸਾਰੇ ਹੋਰ ਵੀ ਦਰਸ਼ਕ ਜੁੜੇ ਹਨ, ਉਹਨਾਂ ਨੂੰ ਵੀ ਜ਼ਰੂਰ ਸ਼ਾਮਲ ਕਰਨਾ ਚਾਹਾਂਗੇ। ਸਾਡੇ ਬਹੁਤ ਹੀ ਆਦਰਨੀय ਸਾਥੀ ਪ੍ਰੇਮ ਮਾਨ ਜੀ ਲੰਡਨ ਤੋਂ ਜੋ ਹਨ ਝੱਲੀ ਪਰਿਵਾਰ ਦੇ ਨਾਲ ਬਹੁਤ ਬਹੁਤ ਅਫਸੋਸ ਜ਼ਾਹਰ ਕਰ ਰਹੇ ਹਨ। ਸਾਡੇ ਮਦਨ ਸਰੋਏ ਜੀ ਲੰਡਨ ਤੋਂ, ਉਹ ਵੀ ਝੱਲੀ ਪਰਿਵਾਰ ਦੇ ਨਾਲ ਦੁੱਖ ਜ਼ਾਹਰ ਕਰ ਰਹੇ ਹਨ ਤੇ ਬਹੁਤ ਬਹੁਤ ਸਾਰਿਆਂ ਦੇ ਨਾਲ ਜੋ ਸ਼ਰਧਾਂਜਲੀ ਵੀ ਦੇ ਰਹੇ ਹਨ ਭੈਣ ਜੀ ਸਤਿਆ ਝੱਲੀ ਜੀ ਨੂੰ।
ਸਾਡੇ ਬਹੁਤ ਹੀ ਆਦਰਣੀय ਸਾਥੀ ਫਕੀਰ ਚੰਦ ਚੌਹਾਨ ਜੀ, ਗੁਰਦੇਵੋ ਚੌਹਾਨ ਜੀ ਤੇ ਪੂਰਾ ਪਰਿਵਾਰ ਝੱਲੀ ਪਰਿਵਾਰ ਦੇ ਨਾਲ ਅਫਸੋਸ ਕਰ ਰਿਹਾ ਹੈ ਤੇ ਅਸੀਂ ਵੀ ਉਹਨਾਂ ਦੇ ਨਾਲ ਅਫਸੋਸ ਦੇ ਵਿੱਚ ਸਾਂਝ ਪਾਉਂਦੇ ਹਾਂ। ਤੇ ਸਾਡੇ ਬਖਸ਼ੋ ਮਹੇਸ਼ ਜੀ ਉਹ ਵੀ ਹਾਂਜੀ ਸਾਡੇ ਭੈਣ ਜੀ ਬਖਸ਼ੋ ਜੀ ਤੇ ਮਹੇਸ਼ ਜੀ ਉਹ ਵੀ ਪਰਿਵਾਰ ਜੋ ਹੈ ਝੱਲੀ ਪਰਿਵਾਰ ਨਾਲ ਜੋ ਆਪਣਾ ਅਫਸੋਸ ਜ਼ਾਹਰ ਕਰ ਰਹੇ ਹਨ। ਬਖਸ਼ੋ ਕੌਲ ਜੀ ਵੀ ਅਫਸੋਸ ਜ਼ਾਹਰ ਕਰ ਰਹੇ ਹਨ ਤੇ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਸਤੀਆ ਭਾਟੀਆ ਜੀ ਅਤੇ ਪੂਰਾ ਪਰਿਵਾਰ ਜੋ ਹੈ ਅਸ਼ੋਕ ਜੀ ਨੂੰ ਵਧਾਈਆਂ ਤੇ ਜਸਵਿੰਦਰ ਦਾਦਰਾ ਜੀ ਨੂੰ ਐਨਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ ਤੇ ਝੱਲੀ ਪਰਿਵਾਰ ਨਾਲ ਜੋ ਅਫਸੋਸ ਜ਼ਾਹਰ ਕਰ ਰਹੇ ਹਨ। ਸਾਡੇ ਤਰਸੇਮ ਲਾਲ ਜੋਨਮਲ ਜੀ ਵੀ ਅਫਸੋਸ ਜ਼ਾਹਰ ਕਰ ਰਹੇ ਹਨ ਝੱਲੀ ਸਾਹਿਬ ਨਾਲ ਤੇ ਪੂਰੇ ਪਰਿਵਾਰ ਨਾਲ ਆਪਣੀਆਂ ਸ਼ਰਧਾਂਜਲੀਆਂ ਦਿੰਦੇ ਹਨ। ਭੈਣ ਜੀ ਨੂੰ ਸੋਢੀ ਰਾਮ ਜੱਸਲ ਜੀ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਭੈਣ ਜੀ ਨੂੰ। ਤੇ ਸਾਡੇ ਬਖਸ਼ੇ ਗੰਡੂ ਜੀ ਮਨਸੋ ਗੰਡੂ ਜੀ ਵੱਲੋਂ ਵੀ ਸਤਿਆ ਗੰਡੂ ਜੀ ਗੱਡੂ ਜੀ ਇਹ ਗੱਡੂ ਪਰਿਵਾਰ ਵੱਲੋਂ ਵੀ ਜੋ ਝੱਲੀ ਪਰਿਵਾਰ ਨਾਲ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹ ਸ਼ਰਧਾਂਜਲੀ ਦਿੰਦੇ ਹਨ ਭੈਣ ਜੀ ਨੂੰ। ਚਮਨ ਬੇਦੀ ਜੀ ਸਾਡੇ ਆਦਰਣੀय ਸਾਥੀ ਹਨ ਲੰਡਨ ਤੋਂ, ਉਹ ਪਰਿਵਾਰ ਵੀ ਚਮਨ ਬੇਦੀ ਜੀ ਤੇ ਭੈਣ ਜੀ ਸਾਡੇ ਇਹਨਾਂ ਨੂੰ ਝੱਲੀ ਪਰਿਵਾਰ ਨਾਲ ਅਫਸੋਸ ਜ਼ਾਹਰ ਕਰਦੇ ਹਨ। ਸਾਡੇ ਬਹੁਤ ਹੀ ਆਦਰਣੀय ਸਾਥੀ ਪਿਆਰਾ ਲਾਲ ਬੰਗੜ ਜੀ ਉਹ ਵੀ ਜੋ ਇਹਨਾਂ ਨਾਲ ਅਫਸੋਸ ਜ਼ਾਹਰ ਕਰ ਰਹੇ ਹਨ ਝੱਲੀ ਪਰਿਵਾਰ ਨਾਲ। ਸਾਡੇ ਨਰੇਸ਼ ਮਢਾਰ ਜੀ ਤੇ ਸਾਡੇ ਰਾਜ ਮਹੇ ਜੀ ਵੱਲੋਂ ਵੀ ਇਹਨਾਂ ਦੇ ਨਾਲ ਝੱਲੀ ਪਰਿਵਾਰ ਦੇ ਨਾਲ ਜੋ ਹੈ ਨਰੇਸ਼ ਮਹੇ ਜੀ ਤੇ ਰਾਜ ਰਾਣੀ ਜੀ ਇਹ ਵੀ ਝੱਲੀ ਪਰਿਵਾਰ ਨਾਲ ਜੋ ਅਫਸੋਸ ਜ਼ਾਹਰ ਕਰਦੇ ਹਨ ਤੇ ਭੈਣ ਜੀ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਸਾਡੇ ਕਾਂਛੀ ਟੀਵੀ ਦੇ ਬਹੁਤ ਹੀ ਉੱਘੇ ਮੈਂਬਰ ਭੋਲੀ ਰੰਧਾਵਾ ਜੀ ਕਾਂਛੀ ਟੀਵੀ ਦੀ ਪੂਰੀ ਟੀਮ ਵੱਲੋਂ ਝੱਲੀ ਪਰਿਵਾਰ ਦੇ ਨਾਲ ਸਾਡੇ ਸੁਰਿੰਦਰ ਝੱਲੀ ਨਾਲ ਅਫਸੋਸ ਜ਼ਾਹਰ ਕਰਦੇ ਹਨ ਤੇ ਭੈਣ ਜੀ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਸ ਤਰ੍ਹਾਂ ਦੱਸਿਆ ਹੈ ਸਾਡੇ ਸੁਮਨ ਸਾਹਿਬ ਵੀ ਅੱਜ ਜੋ ਧੰਮ ਦੀ ਗੱਲ ਕਰਦੇ ਦੱਸ ਰਹੇ ਹਨ ਕਿ ਦੁੱਖ ਤੇ ਸੁੱਖ ਤੇ ਅਸੀਂ ਆਪਣੇ ਵੱਲੋਂ ਵੀ ਝੱਲੀ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਸੁਰਿੰਦਰ ਝੱਲੀ ਜੀ ਦਾ ਜੋ ਹਾਫ ਹੈ ਜਿੱਥੇ ਤੱਕ ਅੱਜ ਝੱਲੀ ਜੀ ਜਿਸ ਮੁਕਾਮ ਤੇ ਹਨ ਉਹਨਾਂ ਦੇ ਸੰਗਣੀ ਕਰਕੇ ਉਹਨਾਂ ਦੇ ਅੱਧੇ ਹਾਫ ਦੇ ਕਰਕੇ ਕਿ ਸਾਡੇ ਜੋ ਭੈਣ ਜੀ ਉਹਨਾਂ ਦਾ ਸਾਥ ਛੱਡ ਕੇ ਗਏ ਹਨ ਸਤਿਆ ਝੱਲੀ ਜੀ, ਉਹਨਾਂ ਦੇ ਬਦੌਲਤ ਹੀ ਉਹ ਅੱਜ ਉਸ ਮੁਕਾਮ ਤੇ ਪਹੁੰਚੇ ਤੇ ਉਹਨਾਂ ਦੀ ਜੋ ਕਮੀ ਜੋ ਉਹਨਾਂ ਦਾ ਸਾਥ ਉਹਨਾਂ ਤੋਂ ਹੀ ਜਾਣਿਆ ਜਾ ਸਕਦਾ ਹੈ। ਤੇ ਸੁਮਨ ਸਾਹਿਬ ਅੱਜ ਤੁਸੀਂ ਸਮਾਂ ਜੋ ਬਹੁਤ ਜਲਦੀ ਖਤਮ ਹੋ ਗਿਆ ਤੇ ਅਖੀਰ ਦੇ ਵਿੱਚ ਤੁਸੀਂ ਅੱਜ ਅਖੀਰ ਦੇ ਵਿੱਚ ਇਹ ਆ ਕਿ ਅੱਜ ਬਹੁਤ ਹੀ ਦੁਖੀ ਭਰਿਆ ਜਿਹੜੀ ਖਬਰ ਆਪਾਂ ਸੁਣੀ ਆ ਤਾਂ ਇਹੀ ਆ ਕਿ ਝੱਲੀ ਪਰਿਵਾਰ ਦੇ ਨਾਲ ਆਪਾਂ ਸਾਰੇ ਉਹਨਾਂ ਦੇ ਇਸ ਦੁੱਖ ਭਰੇ ਸਮੇਂ ਦੇ ਵਿੱਚ ਨਾਲ ਸਾਥ ਦੇ ਰਹੇ ਹਾਂ ਤੇ ਦੇਵਾਂਗੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਬਹੁਤ ਬਹੁਤ ਅਫਸੋਸ ਤੇ ਬਾਕੀ ਆ ਕਿ ਧੰਮ ਆ ਮਨ ਦੇ ਮੈਲਾਂ ਨੂੰ ਦੂਰ ਕਰਕੇ ਉਸ ਨੂੰ ਨਿਰਮਲ ਬਣਾਉਣਾ ਜਿਹੜਾ ਆ ਸ਼ੁੱਧ ਕਰਨਾ ਸੱਤ ਧੰਮ ਆ। ਇਸ ਧੰਮ 'ਤੇ ਚੱਲਦੇ ਹੋਏ ਅਸੀਂ ਸਾਰੇ ਹੀ ਪ੍ਰਾਣੀਆਂ ਵਾਸਤੇ ਜਿਤਨੇ ਵੀ ਪ੍ਰਾਣੀ ਆ ਉਹਨਾਂ ਵਾਸਤੇ ਮੈਤਰੀ ਭਾਵਨਾ ਕਰਦੇ ਹੋਏ ਤੇ ਹੁਣ ਪ੍ਰੋਗਰਾਮ ਦਾ ਅੰਤ ਆ ਰਿਹਾ ਤੇ ਸਭ ਨੂੰ ਨਮੋ ਬੁੱਧਾ ਤੇ ਜੈ ਭੀਮ ਤੇ ਅਗਲੇ ਪ੍ਰੋਗਰਾਮ ਵਿੱਚ ਆਪ ਨਾਲ ਮੁਲਾਕਾਤ ਹੋਵੇਗੀ। ਤਦੋਂ ਤੱਕ ਲਈ ਅਸੀਂ ਆਪ ਸਭ ਤੋਂ ਆਗਿਆ ਮੰਗਦੇ ਹਾਂ ਤੇ ਆਪ ਸਭ ਨਾਲ ਇਹੀ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਧੰਮ ਦੇ ਰਸਤੇ ਤੇ ਚੱਲਦੇ ਹੋਏ ਹੀ ਅਸੀਂ ਨਿਰਵਾਣ ਦੇ ਪੰਥੀ ਬਣਨਾ ਹੈ। ਨਮੋ ਬੁੱਧਾ।